श्री वाहिगुरु साहिब जीओ। कृपा करो दीन के दाते, मेरा गुण अवगुण ना विचारो कोई। माटी का क्या धोपै स्वामी, मानस की गत एही। लेख कतह ना छूटिया, खिन खिन भूलन हार। बख्शन हार बख्श लै, नानक पार उतार। बिसर नाही दातार, अपना नाम देहो। गुण गावा दिन रात, नानक चाओ एहो। बेसुमार अथाह अगणत अतुलै, ज्यों बुलावो त्यों नानक दास बोलै। सतनाम श्री वाहिगुरु साहिब जी। सावन सरसी कामणी, चरण कमल स्यो प्यार। मन तन रता सच रंग, इको नाम आधार। सावन सरसी कामणी, चरण कमल स्यो प्यार। मन तन रता सच रंग, इको नाम आधार। बेखिया रंग कूड़ाविया, दिसन सभे शार। हर अमृत बूंद सुहावनी, मेल साधु पीवन हार। वण दिन प्रभ संग मौलिया, समरथ पुरख अपार। हर मिलन नो मन लोचदा, करम मिलावन हार। जिनी सखिए प्रभ पाया, हो तिनका सद बलिहार। नानक हर दी मया कर, शब्द सवारन हार। सावन तिना सुहागणी, जिन राम नाम और हार। नानक
ਨਾਨਕ ਹਰ ਜੀ ਮਇਆ ਕਰ, ਸ਼ਬਦ ਸਵਾਰਨ ਹਾਰ। ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਓ ਪਿਆਰ। ਪਦਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਦਸਾਂ ਪਾਤਸ਼ਾਹੀਆਂ ਦੀ ਜੋਤ, ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਵਣ ਦੀ ਸੰਗਰਾਂਦ ਦੇ ਪਵਿੱਤਰ ਦਿਹਾੜੇ ਉੱਤੇ ਦਮਦਮੀ ਟਕਸਾਲ ਦੇ ਕੇਂਦਰੀ ਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਪਰਮ ਪੂਜਨੀ ਸਾਧ ਸੰਗਤ ਜੀਓ, ਸਿਨੇਮਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਾਰਮਿਕ ਗ੍ਰੰਥਾਂ ਅੰਦਰ ਪਰਮਾਤਮਾ ਨੂੰ ਮਿਲਦੇ ਤਿੰਨ ਸਾਧਨ ਮੰਨੇ ਗਏ ਨੇ। ਪਹਿਲਾ ਹੈ ਧਿਆਨ, ਦੂਸਰੀ ਹੈ ਭਗਤੀ ਤੇ ਤੀਸਰਾ ਹੈ ਗਿਆਨ। ਭਾਈ ਸਾਹਿਬ ਭਾਈ ਗੁਰਦਾਸ ਜੀ ਮਹਾਰਾਜ ਨੇ ਇਸ ਨੂੰ ਥੋੜੇ ਜਿਹੇ ਫਰਕ ਦੇ ਨਾਲ ਇਸ ਤਰ੍ਹਾਂ ਦੱਸਿਆ ਹੈ। ਧਿਆਨ ਕੱਛੂ ਵਰਗਾ, ਭਗਤੀ ਨੂੰ ਉਹਨਾਂ ਨੇ ਸਿਮਰਨ ਦਾ ਨਾਮ ਦਿੱਤਾ ਹੈ, ਸਿਮਰਨ ਕੂੰਜ ਵਰਗਾ, ਤੇ ਗਿਆਨ ਹੰਸ ਵਰਗਾ। ਇਸ ਪਵਿੱਤਰ ਸ਼ਬਦ ਦੇ ਅੰਦਰ ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਤ, ਨਿਮਰਤਾ ਦੇ ਪੁੰਜ, ਵਾਹਿਗੁਰੂ ਪਰਮੇਸ਼ਰ ਦੇ ਭਾਣੇ ਨੂੰ ਅੱਤ ਮਿੱਠਾ ਕਰਕੇ ਮੰਨਣ ਵਾਲੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਇਸ ਸ਼ਬਦ ਦੇ ਵਿੱਚ ਪਹਿਲੀ ਪੰਕਤੀ ਦੇ ਵਿੱਚ ਧਿਆਨ ਦੀ ਮਹਿਮਾ ਕਥਨ ਕੀਤੀ ਹੈ। ਧਿਆਨ ਵੀ ਉੱਥੇ ਹੀ ਪਹੁੰਚਾਉਂਦਾ ਹੈ ਤੇ ਦੂਸਰੀ ਪੰਕਤੀ ਦੇ ਵਿੱਚ ਨਾਮ ਦੀ ਮਹਿਮਾ ਕਥਨ ਕਰਕੇ ਅੱਗੇ ਸੰਸਾਰ ਨੂੰ ਮਾਇਆ ਰੂਪ, ਛਲ ਰੂਪ ਦਿਖਾਇਆ ਹੈ। ਆਓ ਇਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਕਿਰਪਾ ਕਰਕੇ ਕਰਨ ਦਾ ਬਲ ਉਦਮ ਬਖਸ਼ਿਸ਼ ਕਰੋ। ਸਤਿਗੁਰੂ ਜੀ ਕੀ ਫਰਮਾ ਰਹੇ ਨੇ, ਬੜੇ ਪ੍ਰੇਮ ਦੇ ਨਾਲ, ਧਿਆਨ ਦੇ ਨਾਲ ਸਾਰੀਆਂ ਸੰਗਤਾਂ ਸੁਣਨ ਦਾ ਯਤਨ ਕਰੋ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਓ ਪਿਆਰ। ਸਤਿਗੁਰੂ ਜੀ ਫਰਮਾਉਂਦੇ ਨੇ, ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਓ ਪਿਆਰ। ਸਾਵਣ ਦੇ ਮਹੀਨੇ ਦਾ ਦ੍ਰਿਸ਼ਟਾਂਤ ਹੈ। ਬਾਰਿਸ਼ ਹੁੰਦੀ ਹੈ, ਮੀਂਹ ਪੈਂਦੇ ਨੇ, ਬਨਸਪਤੀ ਦੇ ਵਿੱਚ ਹਰਿਆਵਲਤਾ ਆਉਂਦੀ ਹੈ ਔਰ ਜੀਵ ਜੰਤੂ, ਪਸ਼ੂ ਪੰਛੀ ਜਿਹੜੇ ਗਰਮੀ ਦੀ ਤਪਸ਼ ਕਰਕੇ ਦੁਖੀ ਹੁੰਦੇ ਨੇ, ਉਹਨਾਂ ਦਾ ਮਨ ਸ਼ਾਂਤ ਹੁੰਦਾ ਹੈ। ਇਸੇ ਤਰ੍ਹਾਂ ਹੀ
ਇਸ ਉਦਾਹਰਣ ਨੂੰ, ਦ੍ਰਿਸ਼ਟਾਂਤ ਨੂੰ, ਬਾਹਰਲੀ ਐਗਜ਼ੈਂਪਲ ਨੂੰ ਵਰਤ ਕੇ ਸਤਿਗੁਰੂ ਕਹਿੰਦੇ ਨੇ ਕਿ ਮਨੁੱਖ ਵੀ ਵਿਕਾਰਾਂ ਕਰਕੇ ਇਸ ਜਨਮ ਦੇ ਵਿੱਚ, ਸੰਸਾਰ ਦੇ ਵਿੱਚ ਤਪਦਾ ਰਹਿੰਦਾ ਹੈ। ਗਰੀਬ ਨਵਾਜ ਨੇ ਗੁਰਬਾਣੀ ਦੇ ਵਿੱਚ ਇਸ ਗੱਲ ਦੀ ਉਦਾਹਰਣ ਵੀ ਦਿੱਤੀ ਹੈ ਕਿ ਜਿਵੇਂ ਸੁਨਿਆਰਾ ਸੋਨੇ ਨੂੰ ਤਪਾਉਂਦਾ ਹੈ, ਇਸੇ ਤਰ੍ਹਾਂ ਮਨੁੱਖ ਨੂੰ ਵਿਸ਼ੇ ਵਿਕਾਰ ਜਿਹੜੇ ਨੇ ਉਹ ਰਾਤ ਦਿਨ ਸਾੜਦੇ ਰਹਿੰਦੇ ਨੇ, ਅਸ਼ਾਂਤ ਰੱਖਦੇ ਨੇ, ਦੁਖੀ ਰੱਖਦੇ ਨੇ। ਗਰੀਬ ਨਵਾਜ ਫਰਮਾਉਂਦੇ ਨੇ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉ ਕੰਚਨ ਸੁਹਾਗਾ ਢਾਲੇ। ਠੰਡ ਪਾਉਣ ਵਾਲੀ ਚੀਜ਼ ਕੀ ਹੈ? ਇਸ ਦਾ ਜਵਾਬ ਵੀ ਮਹਾਰਾਜ ਦਿੰਦੇ ਨੇ। ਜਿੱਥੇ ਵਕਾਰ ਬੰਦੇ ਨੂੰ ਤਪਾਉਂਦੇ ਨੇ, ਉੱਥੇ ਕਲਯੁਗ ਦੇ ਵਿੱਚ, ਇਸ ਸਮੇਂ ਦੇ ਵਿੱਚ ਮਨ ਦੀ ਸ਼ਾਂਤੀ, ਮਨ ਦੀ ਠੰਡ, ਮਨ ਦੀ ਹਰਿਆਵਲਤਾ ਕਿਸ ਤਰ੍ਹਾਂ ਪ੍ਰਾਪਤ ਹੋ ਸਕਦੀ ਹੈ? ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਕਲ ਤਾਤੀ ਠੰਡਾ ਹਰਨਾ। ਨਾਮ ਜਪਣ ਤੋਂ ਬਿਨਾ ਕਿਸੇ ਨੂੰ ਵੀ ਇਸ ਸਮੇਂ ਦੇ ਵਿੱਚ ਠੰਡ ਨਹੀਂ ਪੈਂਦੀ। ਮਨ ਜਿਹੜਾ ਹੈ ਉਹ ਸ਼ਾਂਤ ਨਹੀਂ ਹੁੰਦਾ ਤੇ ਸੰਤੋਖ ਦੇ ਵਿੱਚ ਨਹੀਂ ਆਉਂਦਾ। ਸਤਿਗੁਰੂ ਜੀ ਨੇ ਇੱਥੇ ਉਦਾਹਰਣ ਵਰਤੀ ਹੈ ਬਾਹਰਲੇ ਵਾਤਾਵਰਨ ਦੀ, ਕਿਉਂ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੇ। ਜੋ ਬਾਹਰ ਹੈ ਉਹੋ ਹੀ ਬੰਦੇ ਦੇ ਸਰੀਰ ਦੇ ਅੰਦਰ ਹੈ, ਤੇ ਜੋ ਮਨੁੱਖ ਦੇ ਸਰੀਰ ਦੇ ਅੰਦਰ ਹੈ ਉਹੋ ਹੀ ਬਾਹਰ ਬ੍ਰਹਮੰਡ ਦੇ ਵਿੱਚ। ਇੰਨਾ ਜੁੜਿਆ ਹੋਇਆ ਸੰਬੰਧ। ਤਾਂ ਬਾਹਰਲਾ ਦ੍ਰਿਸ਼ਟਾਂਤ ਹੈ, ਪਰ ਗੱਲ ਸਮਝਾਉਣੀ ਹੈ ਅੰਦਰ ਦੀ, ਵੀ ਅੰਦਰ ਕਿੱਦਾਂ ਹਰਿਆਵਲਤਾ ਆਵੇ। ਮੀਂਹ ਪੈ ਗਿਆ ਹੈ, ਬਨਸਪਤੀ ਧੋਤੀ ਜਾਂਦੀ ਹੈ, ਨਿਖਰਦੀ ਹੈ, ਖਿੜਦੀ ਹੈ, ਹਰਿਆਵਲਤਾ ਚਾਹੁੰਦੀ ਹੈ। ਪਰ ਸਾਡਾ ਮਨ ਇਹ ਕਿਸ ਤਰ੍ਹਾਂ ਖਿੜੇ, ਵਿਕਾਰਾਂ ਤੋਂ ਦੂਰ ਹੋਵੇ ਤੇ ਪਰਮ ਸ਼ਾਂਤੀ ਨੂੰ ਪ੍ਰਾਪਤ ਕਰੇ। ਜਿੱਥੇ ਜਾ ਕੇ ਨਾ ਰੋਗ ਦਾ ਅਸਰ, ਨਾ ਸੋਗ ਦਾ ਅਸਰ, ਨਾ ਖੁਸ਼ੀ ਦਾ ਅਸਰ, ਨਾ ਗਮੀ ਦਾ ਅਸਰ। ਜਾਂ ਸਤਿਗੁਰੂ ਜੀ ਕਹਿੰਦੇ ਨੇ, ਐਸੀ ਅਵਸਥਾ ਨਾਨਕ ਬੱਧਾ ਕਰਤਾ ਹਾਂ, ਜਿੱਥੇ ਮਿਰਤ ਨਾ ਜਨਮ ਜਰਾ। ਇੰਨੀ ਸੁਰਤ ਉੱਚੀ ਹੋ ਜਾਣੀ, ਮਿਰਤ ਮੌਤ ਦਾ ਅਸਰ ਨਹੀਂ। ਜਨਮ ਦਾ ਬੜਾ ਦੁੱਖ ਮੰਨਿਆ ਗਿਆ ਹੈ, ਉਹਦਾ ਅਸਰ ਨਹੀਂ। ਬੁਢੇਪਾ ਕਹਿ ਲਓ ਜਾਂ 100 ਬਿਮਾਰੀ ਕਹਿ ਲਓ, ਇੱਕ ਗੱਲ ਹੀ ਹੈ। ਬੁਢੇਪਾ ਕਹਿ ਲਓ ਜਾਂ ਬਿਮਾਰੀ ਕਹਿ ਲਓ, 100 ਇੱਕ ਗੱਲ ਮੰਨੀ ਆ ਵਿਦਵਾਨਾਂ ਨੇ। ਪਰ ਕਿੱਦਾਂ ਦੀ ਅਵਸਥਾ ਹੈ ਨਾਮ ਜਪਣ ਵਾਲਿਆਂ ਦੀ। ਗੁਰਬਾਣੀ ਨੇ ਤਾਂ ਇੱਥੋਂ ਤੱਕ ਮੰਨਿਆ ਵਾ ਕਿ ਬੁੱਢੇ ਹੁੰਦੇ ਹੀ ਨਹੀਂ। ਸਿੱਖਾਂ ਵਿੱਚ ਨਹੀਂ ਬੁੱਢੇ ਹੁੰਦੇ, ਕਿਉਂ? ਉਹਨਾਂ ਕੋਲੇ ਨਾਮ ਹੈ, ਗੁਰਬਾਣੀ ਹੈ, ਸੇਵਾ ਹੈ। ਇਸ ਕਰਕੇ ਸਿੱਖੀ 'ਚ ਬੁਢੇਪਾ ਨਹੀਂ। ਸਰੀਰ ਦੇ ਤਲ ਤੇ ਹੋ ਸਕਦਾ ਹੈ, ਮਨ ਦੇ ਤਲ ਤੇ ਕਮਜ਼ੋਰੀ ਕੋਈ ਵੀ ਨਹੀਂ। ਬੁਢੇਪਾ ਨਾਮ ਕਮਜ਼ੋਰੀ ਦਾ ਵੀ, ਬੁਢੇਪਾ ਨਾਮ ਸਿਆਣਪ ਦਾ ਵੀ ਹੈ। ਬੁਢੇਪੇ ਦੇ ਬੜੇ ਅਰਥ ਮਹਾਰਾਜ ਨੇ ਬਾਣੀ ਦੇ ਵਿੱਚ ਕੀਤੇ ਨੇ। ਇੱਕ ਜਗ੍ਹਾ ਤੇ ਕਹਿੰਦੇ ਨੇ 70 ਕਾ ਮਤ ਹੀਣ, ਇਹ ਵੀ ਹੈ ਮਨਮੁਖਾਂ ਵਾਸਤੇ।
पर गुरमुखां वास्ते सियाणप भी है, गुरमुखां वास्ते सहज भी है। सो जिथे कलयुग दे विच बंदा तपदा है, उत्थे ठंड भी जे पै सकदी है तां गुरबाणी ने कुछ उदाहरणां दित्तियां। एक ते है नाम, कल ताती ठंडा हरना। दूसरा है साधु दा संग। सतगुरु जी दी बाणी पढ़िए, मन किदां शांत होवे, मन किदां सैटिस्फाई होए, तुसी हैरान होवोगे। एक बाहरले देश च ना, इथों हिंदुस्तान तो योगी गया, वो बड़ा तिखा बंदा सी। उन्हें अंग्रेज लोगों को एक बड़ा सौखा जिहा राह दस्या, चलाया तो बिजनेस, पर लोग शांति लभदे है। पहला दुनिया पैसा लभदी है, जदों पैसा आ जाता फिर भी देखते ने भी अग ते उन्नी लगी है। पहला तो सोचते सी भी मेरे कोले आ चीज़ होवे, आनंद ना रहूँगा, पर चीज़ आ गई, आनंद पता नहीं कित्थे रह गया। पहली स्टेज बंदे दी यही हुंदी है, वस्तुआं दी प्राप्ति ते वस्तुआं दी प्राप्ति दे विच सुख दा अनुभव जां सुख दा भरम पैदा करदा है। अच्छा, जदों दूसरी स्टेज आउंदी है बंदे दी, जदों पैसा आ जाता है, घर बन जाता है, परिवार हुंदा है, फिर वो सोचता है भी ये सब कुछ मेरे कोले है पर सुख नहीं है, शांति नहीं है। हुण जिहड़े बाहरले लोग ने शरीर दे तल ते जिउंदे ने, मन दे तल ते नहीं जिउंदे। शरीर करके सुख इन्ना ज़्यादा है कि कोई पाबंदी नहीं है, चंगा करना चंगा करो, माड़ा करना माड़ा करो, कोई पाबंदी नहीं है। एक उत्थे गल जी चलती है, परसनल लाइफ आ मेरी, मैं जो मर्जी करा, खे खावां सुआह पावां सिर, मेरी मर्जी, चंगा करा माड़ा कर। ये बड़ा चलता अजकल ट्रेंड। उन्हें योगी ने पता की कीता, कुछ भी नहीं, उन्हें 12 मिनट रखे सिर्फ। वो कहता तुसी दिहाड़ी विच 12 मिनट अखां बंद करके बहु, ते डॉलर पता किन्ने लेने, 2400 डॉलर। कोई 1.5-2 लाख बन जाता होगा, 2.5 लाख बन जाता होगा। सिर्फ 12 मिनट अखां उन्हें मचाउणियां। गल ये नहीं है, गल ये है कि जदों असीं अपने अंदर झाती मारन की कोशिश करते हैं, बाहरले संसार नालों अंदर की खोज करते हैं, तो मन अपने आप ही शांत होना शुरू होता है। हुण अंग्रेज़ां वास्ते नवीं चीज़ सी, क्यों प्रेयरां ते चर्चां च करते हैं, ध्यान ते कोई नहीं लाउंदा। ध्यान ते हिंदुस्तान वालियां ने उन्हां च शुरू कीता, जां महात्मा बुद्ध ने शुरू कीता। मन शांत होने शुरू हो गए। 15 मिनट 12 मिनट सिर्फ अखां बंद करके 24 घंटिया च बह। महात्मा बुद्ध के पास एक प्रेमी आया, बड़े प्रश्न किए। अगले साल फिर आया, बड़े प्रश्न किए। अगले साल फिर आया, बहुत ज्यादा प्रश्न किए। महात्मा कहते तू मेरी गल सुन के चलिया जाना वा, जो मैं कहना उन्होंने मानता नहीं, तू घरे करता नहीं। जे मेरे कहे हुए अनुसार तू घरे जाके कुछ करता ते तेरे सवाल घटने चाहिए सी, पर काम उल्टा हो रहा। हुण तू आउंदा ज़्यादा वा, सवाल ज़्यादा वधी जांदे।
ਹੋਣਾ ਕੀ ਚਾਹੀਦਾ ਸੀ ਵੀ ਜਿੰਨਾ ਜ਼ਿਆਦਾ ਆਉਂਦਾ ਉਹਨੇ ਸਵਾਲ ਹੌਲੀ ਹੌਲੀ ਖਤਮ ਹੁੰਦੇ। ਗੱਲ ਕੀ ਹੈ? ਸੱਚ ਦੱਸ। ਕਹਿੰਦਾ ਜੀ ਮੈਂ ਪੁੱਛ ਕੇ ਚਲਿਆ ਜਾਣਾ ਵਾਂ, ਕਰਦਾ ਕੁਝ ਨਹੀਂ, ਸਿਰਫ ਜਾਣਕਾਰੀ ਲੈਣਾ ਵਾ। ਜਿਵੇਂ ਅੱਜ ਕੱਲ੍ਹ ਵੀ ਤੁਸੀਂ ਦੇਖੋਗੇ ਹਰ ਵਿਸ਼ੇ ਦੀ ਬੰਦੇ ਕੋਲੇ ਜਾਣਕਾਰੀ ਹੈ, ਪਰ ਜੀਵਨ ਦੇ ਵਿੱਚ ਉਹਦਾ ਕੋਈ ਅਸਰ ਨਹੀਂ ਹੈ। ਜਾਣਕਾਰੀ ਬਹੁਤ ਹੈ, ਨਾਮ ਜਪਣਾ ਚਾਹੀਦਾ, ਸਵੇਰੇ ਉੱਠਣਾ ਚਾਹੀਦਾ, ਬਾਣੀ ਪੜ੍ਹਨੀ ਚਾਹੀਦੀ ਹੈ, ਗੁਰਦੁਆਰੇ ਜਾਣਾ ਚਾਹੀਦਾ, ਸਭ ਜਾਣਕਾਰੀ ਬੰਦੇ ਕੋਲੇ। ਮਹਾਰਾਜ ਜੀ ਕਹਿਣ ਲੱਗੇ, ਮਹਾਤਮਾ ਸਾਹਿਬ ਕਹਿਣ ਲੱਗੇ, ਗੌਤਮ ਕਹਿਣ ਲੱਗੇ, ਇੱਕ ਉਹਨਾਂ ਦਾ ਨਾਮ ਹੈ ਤਥਾਗਤ, ਉਹਦੇ ਵੀ ਬੜੇ ਡੂੰਘੇ ਅਰਥ ਨੇ। ਉਹ ਕਹਿਣ ਲੱਗੇ ਹੁਣ ਏਦਾਂ ਕਰ, ਮੈਂ ਤੈਨੂੰ ਕੋਈ ਜਵਾਬ ਨਹੀਂ ਦੇਣਾ। 3 ਸਾਲ ਹੋ ਗਏ ਨੇ ਮੇਰਾ ਦਿਮਾਗ ਖਾਂਦੇ ਨੇ, ਹੁਣ ਤੈਨੂੰ ਬਿਠਾਉਣਾ ਵਾ। ਉਹ ਦਰਖਤ ਹੈ, ਉਹਦੇ ਥੱਲੇ ਨੇਤਰ ਬੰਦ ਕਰਕੇ ਬਹਿਣਾ ਸ਼ੁਰੂ ਕਰ। ਬਸ ਜਿੱਦਾਂ ਬਹਿੰਦਾ ਗਿਆ ਉਦਾਂ ਹੀ ਦੇਖਦਾ ਗਿਆ ਵੀ ਦਿਹਾੜੀ ਦੇ ਵਿੱਚ ਕਈ ਖਿਆਲ ਮੈਨੂੰ ਇਹੋ ਜਿਹੇ ਆਉਂਦੇ ਨੇ ਜਿਨ੍ਹਾਂ ਦਾ ਮਤਲਬ ਹੀ ਕੋਈ ਨਹੀਂ, ਬੇਤੁਕੇ, ਨਾ ਉਹ ਹੋਏ ਨੇ ਨਾ ਉਹ ਹੋਣੇ ਨੇ, ਸਿਰਫ ਕਲਪਨਾ ਤੋਂ ਵੱਧ ਕੱਖ ਵੀ ਨਹੀਂ। ਜਿਵੇਂ ਜਿਵੇਂ ਖਿਆਲਾਂ ਤੋਂ ਉੱਪਰ ਉੱਠਦਾ ਗਿਆ, 6 ਮਹੀਨਿਆਂ ਬਾਅਦ ਮਹਾਤਮਾ ਕਹਿਣ ਲੱਗੇ ਕੋਈ ਸਵਾਲ ਹੈ? ਕਹਿੰਦਾ ਨਹੀਂ ਜੀ ਕੋਈ ਨਹੀਂ, ਕੋਈ ਸਵਾਲ ਨਹੀਂ। ਤਾਂ ਗੁਰਬਾਣੀ ਦੇ ਵਿੱਚ ਜਿੰਨੀਆਂ ਵੀ ਉਦਾਹਰਨਾਂ ਨੇ, ਇਹਨਾਂ ਦਾ ਬੜਾ ਸੋਹਣਾ ਤਰੀਕਾ ਹੈ। ਉਦਾਹਰਣ ਬਾਹਰਲੀ ਦਿੱਤੀ ਜਾਂਦੀ ਹੈ, ਇਸ਼ਾਰਾ ਅੰਦਰ ਦਾ ਕੀਤਾ ਜਾਂਦਾ ਹੈ। ਜਪਜੀ ਸਾਹਿਬ ਆਪਾਂ ਰੋਜ਼ ਪੜ੍ਹਦੇ ਹਾਂ, ਉਦਾਹਰਣ ਕੀ ਹੈ? ਸਵਾਲ ਕੀ ਹੈ ਕਿ ਮਨ ਕਿੱਦਾਂ ਸਾਫ਼ ਹੋਵੇ, ਮਤ ਕਿੱਦਾਂ ਸਾਫ਼ ਹੋਵੇ। ਜਵਾਬ ਕੀ ਦਿੱਤਾ? ਜਿੱਦਾਂ ਕਹਿੰਦੇ ਨੇ ਕਿ ਕੱਪੜਾ ਗੰਦਾ ਹੋ ਜੇ ਤੇ ਸਾਬਣ ਨਾਲ ਧੋਣਾ ਪੈਂਦਾ, ਸਰੀਰ ਗੰਦਾ ਹੋ ਜੇ ਪਾਣੀ ਨਾਲ ਇਸ਼ਨਾਨ ਕਰਨਾ ਪੈਂਦਾ। ਉਦਾਹਰਣ ਬਾਹਰ ਲਈ ਹੈ, ਪਰ ਜਵਾਬ ਕਿਹਦਾ ਦਿੱਤਾ? ਬੰਦੇ ਦੇ ਮਨ ਦਾ, ਮਨੁੱਖ ਦੀ ਮੱਤ ਕਿੱਦਾਂ ਸ਼ੁੱਧ ਹੋਵੇ। ਜੋਤੀ ਸਰੂਪ ਆਪ ਨਾਰਾਇਣ, ਧੰਨ ਗੁਰੂ ਨਾਨਕ ਦੇਵ ਸਾਹਿਬ ਦਾ ਪਵਿੱਤਰ ਬਚਨ ਹੈ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ, ਨਾਮੈ ਕੇ ਰੰਗੇ ਹੈ। ਜਵਾਬ ਉਦਾਹਰਣ ਕੀ ਹੈ? ਉਦਾਹਰਣ ਬਾਹਰ ਲਈ ਹੈ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ। ਕਿਉਂ ਲੋਕ ਰੋਜ਼ ਕੱਪੜੇ ਧੋਂਦੇ? ਜਿਹੜੇ ਮਹਾਂਪੁਰਸ਼ ਹੁੰਦੇ ਨੇ, ਸਤਿਪੁਰਸ਼ ਹੁੰਦੇ ਨੇ, ਉਹ ਵਿਦਵਾਨਾਂ 'ਚ ਵਿਦਵਾਨ ਤੇ ਸਧਾਰਨ ਲੋਕਾਂ 'ਚ ਸਧਾਰਨ, ਬੱਚਿਆਂ 'ਚ ਬੱਚੇ, ਉਹ ਪਰਾਏ ਲੱਗਦੇ ਹੀ ਨਹੀਂ। ਜੋਗੀਆਂ 'ਚ ਜੋਗੀ, ਵਰਾਗੀਆਂ 'ਚ ਵਰਾਗੀ, ਸੰਨਿਆਸੀਆਂ 'ਚ ਸੰਨਿਆਸੀ ਤੇ ਸੂਰਮਿਆਂ 'ਚ ਸੂਰਮੇ। ਹੁਣ ਦੁਨੀਆ ਰੋਜ਼ ਕੱਪੜੇ ਧੋਂਦੀ ਏ, ਸਾਰੇ ਲੋਕਾਂ ਨੂੰ ਹੀ ਪਤਾ ਵਾ ਵੀ ਕੱਪੜੇ ਧੋਤੇ ਜਾਂਦੇ। ਕਿੱਡੀ ਸੌਖੀ ਜੀ ਉਦਾਹਰਣ ਦੇ ਕੇ ਕਿੱਡਾ ਗੋਝ ਭੇਦ ਦੱਸ ਦਿੱਤਾ ਵੀ ਸੁਰਤ ਬੰਦੇ ਦੀ ਤਾਂ ਸ਼ੁੱਧ ਹੋ ਸਕਦੀ ਹੈ ਜੇ ਨਾਮ ਜਪੇ। ਸੁਰਤ ਦੀ ਸਫਾਈ ਬਾਬਾ ਜੀ ਦੱਸਦੇ ਹੁੰਦੇ, ਨਾਮ ਜਪਣ ਤੋਂ ਬਿਨਾਂ ਨਹੀਂ ਹੁੰਦੀ। ਤਾਂ ਸਤਿਗੁਰੂ ਮਹਾਰਾਜ ਇੱਥੇ ਉਦਾਹਰਣ ਦਿੰਦੇ ਆ, ਬਾਹਰਲੀ ਗੱਲ ਕਰਦੇ ਆ ਅੰਦਰ ਦੀ। ਸਾਵਣ ਦਾ ਮਹੀਨਾ ਹੈ,
ਮੀਂਹ ਪੈਂਦੇ ਨੇ, ਝੜੀਆਂ ਲੱਗਦੀਆਂ ਨੇ, ਬੜਾ ਅਸਰ ਹੈ ਦੁਨੀਆ ਦੇ ਵਿੱਚ। ਇਸ ਮਹੀਨੇ ਦਾ ਇਹਨਾਂ ਦੇਸ਼ਾਂ ਦੇ ਵਿੱਚ ਬੜਾ ਰੀਤੀ ਰਿਵਾਜ ਹੈ। ਹਿੰਦੂ ਧਰਮ ਭਗਵਾਨ ਸ਼ਿਵ ਦੀ ਪੂਜਾ ਕਰਦਾ ਇਸ ਮਹੀਨੇ 'ਚ ਬੜੇ ਚਾਅ ਨਾਲ। ਪੁਰਾਣਾ ਰਿਵਾਜ ਹੁੰਦਾ ਸੀ, ਬੀਬੀਆਂ ਆਪਣੇ ਪਰਿਵਾਰਾਂ ਪਾਸ ਵਾਪਸ ਜਾਂਦੀਆਂ, ਬੜਾ ਕੁਝ ਹੁੰਦਾ। ਪਰ ਸਤਿਗੁਰੂ ਕਹਿੰਦੇ ਅਸਲੀ ਆਨੰਦ, ਅਸਲੀ ਹਰਿਆਵਲਤਾ ਤਾਂ ਆਉਂਦੀ ਹੈ ਜੇ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਪਿਆਰ ਹੋਵੇ। ਦੋ ਉਦਾਹਰਨਾਂ ਦਿੱਤੀਆਂ ਨੇ। ਕਲਯੁਗ ਬੜਾ ਤਪਦਾ ਹੈ, ਠੰਡ ਪਾਉਣ ਵਾਲਾ ਹੈ ਸਿਰਫ ਨਾਮ। ਦੂਸਰੀ ਉਦਾਹਰਣ ਦਿੱਤੀ ਹੈ, ਚੰਦਨ ਚੰਦ ਨ ਸਰਦ ਰੁੱਤ, ਮੂਲ ਨਾ ਮਿਟਹਿ ਘਾਮ, ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਮਹਾਰਾਜ ਕਹਿੰਦੇ ਚੰਦ ਬੜਾ ਠੰਡਾ ਹੈ, ਚੰਦਨ ਬੜਾ ਠੰਡਾ ਹੈ, ਸਿਆਲਾਂ ਦੀ ਰੁੱਤ ਬੜੀ ਠੰਡੀ ਹੈ, ਪਰ ਨਾਮ ਵਰਗੀ ਠੰਡ ਨਹੀਂ। ਇੱਕ ਜਗ੍ਹਾ ਮਹਾਰਾਜ ਕਹਿੰਦੇ ਸੀਤਲੰ ਸਾਧ ਸਵਜਨੈ, ਨਾਨਕ ਸੀਤਲੰ ਸਾਧ ਸਵਜਨੈ। ਜਾਂ ਦੂਸਰੀ ਉਦਾਹਰਣ ਦਿੰਦੇ ਨੇ, ਸਾਧੂ ਦਾ ਸੰਗ ਬੜਾ ਠੰਡਾ ਹੈ, ਸਤ ਸੰਗਤ ਮਨ ਨੂੰ ਸ਼ਾਂਤ ਕਰਦੀ ਹੈ। ਤਾਂ ਗਰੀਬ ਨਵਾਜ ਫਰਮਾਉਂਦੇ ਨੇ, ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਸਾਵਣ ਦੇ ਮਹੀਨੇ 'ਚ ਉਹ ਜੀਵ ਰੂਪ ਇਸਤਰੀ ਕਾਮਣੀ ਸਰਸੀ ਆਨੰਦ ਵਾਲੀ ਹੈ, ਅਦਕਤਾ ਵਾਲੀ ਹੈ, ਮਨ ਦੀ ਸ਼ਾਂਤੀ ਵਾਲੀ ਹੈ, ਮਨ ਦੀ ਹਰਿਆਵਲਤਾ ਵਾਲੀ ਹੈ, ਜਿਹਦਾ ਪ੍ਰੇਮ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਨਾਲ ਲੱਗ ਚੁੱਕਾ ਹੈ। ਮਨ ਤਨ ਰਤਾ ਸਚ ਰੰਗ, ਇੱਕੋ ਨਾਮ ਆਧਾਰ। ਪਹਿਲੀ ਅਵਸਥਾ ਦੱਸੀ ਧਿਆਨ ਦੀ। ਹੁਣ ਦੂਸਰੀ ਅਵਸਥਾ ਇੱਥੇ ਦੱਸਦੇ ਨੇ ਸਿਮਰਨ ਦੀ। ਦੋਵੇਂ ਪਹੁੰਚਾਉਂਦੇ ਉੱਥੇ ਹੀ ਨੇ, ਧਿਆਨ ਵੀ ਉੱਥੇ ਹੀ ਲੈ ਕੇ ਜਾਂਦਾ ਹੈ, ਸਿਮਰਨ ਵੀ ਉੱਥੇ ਹੀ ਲੈ ਕੇ ਜਾਂਦਾ। ਦੋਵਾਂ ਦਾ ਕੰਮ ਇੱਕ ਹੀ ਹੈ, ਮਨ ਨੂੰ ਸ਼ਾਂਤ ਕਰਨਾ, ਮਨ ਨੂੰ ਟਿਕਾਉਣਾ, ਸੁਰਤੀ ਦੀ ਸਫਾਈ ਕਰਨੀ, ਸੁਰਤੀ ਨੂੰ, ਬਿਰਤੀ ਨੂੰ ਸ਼ੁੱਧ ਕਰਨਾ, ਇਕਾਗਰਤਾ ਵਧਾਉਣੀ। ਪਹਿਲੀ ਪੰਕਤੀ 'ਚ ਆਖਿਆ ਚਰਨਾਂ ਦਾ ਧਿਆਨ ਤੇਰੇ ਮਨ ਨੂੰ ਸ਼ਾਂਤ ਕਰੇ। ਹੁਣ ਕੋਈ ਭੁਲੇਖਾ ਨਾ ਖਾ ਜਾਵੇ, ਇਹ ਸਾਰੀਆਂ ਵਸਤੂਆਂ ਦਾ ਅੱਡ ਅੱਡ ਨਾਮ ਆਉਂਦੇ ਨੇ, ਪਰ ਗੱਲ ਤਾਂ ਇੱਕ ਹੀ ਹੈ। ਚਰਨਾਂ ਦਾ ਧਿਆਨ ਜਾਂ ਨਾਮ ਜਪਣਾ, ਕਈ ਨਾਮ ਆਉਣਗੇ। ਹੁਣ ਦੂਸਰੀ ਸਿਮਰਨ ਦੀ ਗੱਲ ਕਰਦੇ ਮਹਾਰਾਜ। ਸਿਮਰਨ ਦੀ ਵਿੱਚ ਕਿੰਨੀ ਵੱਡੀ ਬਰਕਤ ਹੈ, ਇਹ ਤਾਂ ਸਾਰਾ ਸੰਸਾਰ ਇਸ ਗੱਲ ਨੂੰ ਜਾਣਦਾ ਹੈ। ਉਦਾਹਰਣ ਬੜੀ ਸੁੰਦਰ ਦਿੱਤੀ ਹੈ ਗੁਰਬਾਣੀ ਦੇ ਵਿੱਚ, ਊਡੈ ਊਡ ਆਵੈ ਸਹਿ ਕੋਸਾ, ਤਿਸ ਪਾਛੇ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਿਮਰਨ ਹਜ਼ਾਰਾਂ ਮੀਲ ਦੂਰ ਜਿਹੜੀ ਕੂੰਜ ਹੈ, ਉਹਦੇ ਬੱਚਿਆਂ ਦੀ ਪਰਵਰਿਸ਼ ਕਰਾ ਦਿੰਦਾ ਹੈ। ਸਿਮਰਨ ਦੇ ਵਿੱਚ ਏਡੀ ਵੱਡੀ ਤਾਕਤ ਹੈ ਕਿ ਜਿਹੜਾ ਵਾਹਿਗੁਰੂ ਅਗਿਆਨਤਾ ਕਰਕੇ ਸਾਡੇ ਤੋਂ ਬਹੁਤ ਦੂਰ ਹੈ। ਜੇ ਗਿਆਨ ਹੋਵੇ ਤਾਂ ਫਿਰ ਤਾਂ ਆਪਣਾ ਆਪ ਹੀ ਹੈ। ਅਗਿਆਨਤਾ ਵਸ ਜਿਹੜਾ ਬੜਾ ਦੂਰ ਪਰਮਾਤਮਾ ਹੈ, ਉਹਨੂੰ ਨੇੜੇ ਲੈ ਆਉਂਦਾ ਹੈ। ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਨੇ ਪੁਕਾਰ। ਵਾਹਿਗੁਰੂ 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 ਕਰਦੇ ਰਹਿਣਾ ਚਾਹੀਦਾ ਹੈ।
ਇੱਕ ਦਿਨ ਐਸਾ ਸਮਾਂ ਆਵੇਗਾ ਕਿ ਵਾਹਿਗੁਰੂ ਨੂੰ ਖਿੱਚ ਪਵੇ। ਸਿਮਰਨ ਕੀ ਹੈ? ਖਿੱਚ ਪਾਉਂਦਾ ਹੈ, ਅਟੈਚ ਕਰ ਦਿੰਦਾ ਬੰਦੇ ਦੇ ਦਿਮਾਗ ਨੂੰ ਉਹਦੇ ਨਾਲ, ਸੁਰਤੀ ਨੂੰ ਉਹਦੇ ਨਾਲ। ਦੁਨਿਆਵੀ ਤੌਰ ਤੇ ਇੱਕ ਮਾਂ ਦਾ ਜਿਹੜਾ ਦਿਲ ਹੈ ਉਹ ਬੱਚੇ ਨਾਲ ਅਟੈਚ ਹੁੰਦਾ ਹੈ। ਹੁਣ ਬੱਚਾ ਹੋਵੇ ਵਿਦੇਸ਼ ਦੇ ਵਿੱਚ, ਮਾਂ ਹੋਵੇ ਇੱਥੇ, ਉਹਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਸੁੱਖ ਵਿੱਚ ਹੈ ਕਿ ਦੁੱਖ ਵਿੱਚ ਹੈ। ਇਹ ਆਮ ਸਾਰੀ ਦੁਨੀਆ ਜਾਣਦੀ। ਇਸੇ ਤਰ੍ਹਾਂ ਸਿਮਰਨ ਦੇ ਵਿੱਚ ਏਡੀ ਵੱਡੀ ਬਰਕਤ ਹੈ, ਜਿਹਦੇ ਅੱਗੇ ਹਵਨ, ਯੱਗ, ਤਪ, ਯੋਗ ਸਭ ਕੋਈ ਮਾਇਨਾ ਬਹੁਤਾ ਰੱਖਦੇ ਨਹੀਂ। ਇਹ ਡੇਟ ਲੰਘੀ ਆ ਇਹਨਾਂ ਦਵਾਈਆਂ ਦੀ। ਕਲਯੁਗ ਦੇ ਵਿੱਚ ਤਾਂ ਸਿਰਫ ਨਾਮ ਦੀ ਮਹਿਮਾ। ਮਾੜਾ ਨਹੀਂ ਕਹਿੰਦਾ ਦਾਸ, ਹਿੰਦੂ ਧਰਮ ਦੇ ਬੜੇ ਸੋਹਣੇ ਕਰਮ ਕਾਂਡ ਨੇ, ਉਹਨਾਂ ਨੂੰ ਮੁਬਾਰਕ। ਹਿੰਦੂ ਧਰਮ ਹਵਨ ਕਰਦਾ ਹੈ, ਯੱਗ ਕਰਦੇ ਨੇ, ਤਪ ਕਰਦੇ ਨੇ, ਯੋਗ ਕਰਦੇ ਨੇ, ਪਰ ਗੁਰੂ ਸਾਹਿਬ ਨੇ ਸਾਨੂੰ ਸੌਖਾ ਕੰਮ ਦੱਸਿਆ। ਮਹਾਰਾਜ ਕਹਿੰਦੇ ਦਵਾਈਆਂ ਨੇ ਮਾੜੀਆਂ ਨਹੀਂ, ਉਸ ਟਾਈਮ ਚੱਲਦੀਆਂ ਸੀ, ਪਰ ਹੁਣ ਕਲਯੁਗ 'ਚ ਇਹਨਾਂ ਦੀ ਡੇਟ ਲੰਘ ਚੁੱਕੀ। ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਆਨ ਰੁਤ ਨਾਹੀ ਮਤ ਭਰਮ ਭੂਲੋ। ਸਤਿਗੁਰੂ ਜੀ ਦੇ ਬਚਨ ਨੇ। ਸਤਿਗੁਰੂ ਜੀ ਤਾਂ ਇੱਥੋਂ ਤੱਕ ਕਹਿ ਦਿੰਦੇ, ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਤੁਕਦਮ ਕਰਾਰੀ ਜੋ ਕਰੋ ਤੋ ਹਾਜ਼ਰ ਹਜ਼ੂਰ ਖੁਦਾਏ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ, ਇਹ ਦੁਨੀਆ ਜਿਹੜੀ ਹੈ ਨਾ, ਇਹ ਜਾਦੂਗਰ ਦਾ ਮੇਲਾ ਹੈ। ਤੇ ਜਾਦੂਗਰ ਦੇ ਤਮਾਸ਼ੇ 'ਚੋਂ ਨਿਕਲਦਾ ਕੁਝ ਨਹੀਂ ਹੁੰਦਾ, ਵੇਖਣ ਦਾ ਸਵਾਦ ਜ਼ਰੂਰ ਆਉਂਦਾ ਹੁੰਦਾ। ਇਹ ਸੰਸਾਰ ਵੇਖਣ ਦਾ ਸਵਾਦ ਆਉਂਦਾ ਹੈ, ਪਰ ਇਹ 'ਚੋਂ ਬੰਦਾ ਕੱਢ ਕੇ ਕੁਝ ਨਹੀਂ ਖੜਦਾ ਹੈ, ਨਾ ਹੀ ਕੁਝ ਲੈ ਕੇ ਜਾਂਦਾ ਹੈ, ਇੱਥੇ ਦਾ ਇੱਥੇ ਰਹਿੰਦਾ। ਤਾਂ ਸਤਿਗੁਰੂ ਨੇ ਨਾਮ ਦੀ ਮਹਿਮਾ ਬੜੀ ਕੀਤੀ। ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿਨ ਡੂਬ ਤੇ ਅਧਕਾਈ। ਵੱਡੇ ਵੱਡੇ ਡੁੱਬੇ ਆ ਇੱਥੇ ਨਾਮ ਤੋਂ ਬਿਨ। ਬਨਤਾ ਸੁਤ ਦੇਹ ਗ੍ਰਹਿ ਸੰਪਤ ਸੁਖਦਾਈ। ਮਹਾਰਾਜ ਤਾਂ ਇੱਥੋਂ ਤੱਕ ਕਹਿ ਦਿੰਦੇ, ਅਜਾਮਲ ਗਜ ਗਨਕਾ ਪਤਤ ਕਰਮ ਕੀਨੇ, ਤੇਉ ਪਾਰ ਪਰੇ ਰਾਮ ਨਾਮ ਲੀਨੇ। ਸਤਿਗੁਰੂ ਕਹਿੰਦੇ ਨੇ ਕਿ ਨਾਮ ਜਪ। ਕਬੀਰ ਸਾਹਿਬ ਦੀ ਬਾਣੀ ਹੈ, ਨਾਮ ਤੋਂ ਬਿਨਾ ਵੱਡੇ ਵੱਡੇ ਸਾਧਕ, ਵੱਡੇ ਵੱਡੇ ਬਾਦਸ਼ਾਹ ਵੀ ਡੁੱਬ ਗਏ। ਤਾਂ ਨਾਮ ਦੀ ਮਹਿਮਾ ਦੂਸਰੀ ਪੰਕਤੀ ਵਿੱਚ ਕਰਦੇ ਨੇ ਤੇ ਬੜੇ ਪ੍ਰੇਮ ਦੇ ਨਾਲ ਫਰਮਾਉਂਦੇ ਨੇ। ਕਿਰਪਾ ਕਰਦੇ ਹੋਏ ਪਹਿਲੀ ਪੰਕਤੀ 'ਚ ਧਿਆਨ ਦੀ ਮਹਿਮਾ ਹੈ, ਦੂਸਰੀ ਪੰਕਤੀ ਦੇ ਵਿੱਚ ਨਾਮ ਦੀ ਮਹਿਮਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ। ਹੁਣ ਸਾਡਾ ਸਵਾਲ ਹੈ, ਰੰਗ ਨਹੀਂ ਚੜ੍ਹਦਾ, ਇੱਥੇ ਜਵਾਬ ਆ ਗਿਆ, ਪਰਮਾਤਮਾ ਦਾ ਰੰਗ ਨਹੀਂ ਲੱਗਦਾ। ਸ਼੍ਰੀਮਾਨ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਜਿਹੜੇ ਬ੍ਰਹਮ ਬੇਤੇ ਤਤ ਬੇਤੇ ਮਹਾਤਮਾ ਹੋਏ ਨੇ, ਜਿਨ੍ਹਾਂ ਨੇ ਰਾਜ ਯੋਗ ਦੋਵੇਂ ਕਮਾਏ ਨੇ, ਉਹਨਾਂ ਦੀ ਇੱਕ ਉਦਾਹਰਣ ਬੜੀ ਸੋਹਣੀ। ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਕਿ ਮਹਾਂਪੁਰਸ਼ੋ,
ਨਾਮ ਨਹੀਂ ਜਪਿਆ ਜਾਂਦਾ। ਬੜਾ ਸੋਹਣਾ ਜਵਾਬ ਦਿੱਤਾ। ਕਹਿੰਦੇ ਨਾਮ ਦੇ ਵਿੱਚ ਵਿਸ਼ਵਾਸ ਨਹੀਂ ਹੋਣਾ, ਫਿਰ ਪੈਸੇ ਦੇ ਵਿੱਚ ਵਿਸ਼ਵਾਸ ਹੈ, ਰਾਤ ਦਿਨ ਮੈਂ ਕੰਮ ਵਾਸਤੇ ਮਰੂੰਗਾ। ਬੰਦਾ ਉਹੋ ਹੀ ਕੰਮ ਕਰਦਾ ਜਿਸ 'ਚ ਵਿਸ਼ਵਾਸ ਹੋਵੇ। ਨਾਮ ਦੀਆਂ ਗੱਲਾਂ ਹੋਰ ਚੀਜ਼ ਨੇ, ਨਾਮ ਤੇ ਵਿਸ਼ਵਾਸ ਹੋਰ ਚੀਜ਼। ਨਾਮ ਨਹੀਂ ਜਪਿਆ ਜਾਂਦਾ, ਬਾਣੀ ਨਹੀਂ ਪੜ੍ਹੀ ਜਾਂਦੀ। ਬੜਾ ਸੋਹਣਾ ਜਵਾਬ ਦੇ ਕੇ ਕਹਿੰਦੇ ਫਿਰ ਯਕੀਨ ਨਹੀਂ ਹੋਣਾ। ਜਿਹਨੂੰ ਯਕੀਨ ਆ ਗਿਆ ਨਾ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ। ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੇ। ਪ੍ਰਭ ਕੈ ਸਿਮਰਨ ਦਰਗਹਿ ਮਾਨੇ। ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ। ਨਾਮ ਬਿਨਾ ਸਭ ਕੂੜ। ਗੱਲ ਹੀ ਹੋਸ਼ੀਆਂ। ਨਾਮ ਤੋਂ ਬਿਨਾ ਸਭ ਝੂਠ ਹੈ। ਤੇ ਬੇਤੁਕੀਆਂ ਗੱਲਾਂ ਨੇ, ਜਿੰਨੀਆਂ ਮਰਜ਼ੀ ਜ਼ਿੰਦਗੀ 'ਚ ਕਰ ਲਾ, ਪੱਲੇ ਕੁਝ ਨਹੀਂ। ਸਭ ਬੇਤੁਕੀਆਂ ਗੱਲਾਂ ਨੇ। ਹੁਣ ਇਹ ਤੋਂ ਵੱਡਾ ਪ੍ਰਮਾਣ ਕੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ? ਜਿਹਨੂੰ ਯਕੀਨ ਆ ਗਿਆ ਜਪੇਗਾ ਉਹ। ਬੜਾ ਸੋਹਣਾ ਜਵਾਬ ਮਹਾਤਮਾ ਨੇ ਦੇ ਦਿੱਤਾ। ਫਿਰ ਤੈਨੂੰ ਯਕੀਨ ਨਹੀਂ ਹੋਣਾ। ਜੇ ਯਕੀਨ ਹੁੰਦਾ ਤੇ ਤੂੰ ਕਰਦਾ ਨਾ, ਕੁਝ ਜਪਦਾ ਨਾ, ਬਾਣੀ ਪੜ੍ਹਦਾ ਨਾ। ਇਹਦਾ ਮਤਲਬ ਤੇਰਾ ਯਕੀਨ ਉੱਡ ਗਿਆ। ਹਾਂ ਠੀਕ ਹੈ, ਨਾਮ ਦੀਆਂ ਗੱਲਾਂ ਕਰਨੀਆਂ ਕਰੀ ਚਲੋ, ਪਰ ਜਪਦਾ ਤਾਂ ਨਹੀਂ ਨਾ। ਸਤਿਗੁਰੂ ਇੱਥੋਂ ਤੱਕ ਕਹਿੰਦੇ। ਤਾਂ ਮਹਾਂਪੁਰਸ਼ ਕਹਿਣ ਲੱਗੇ ਦੁਨੀਆ ਨੂੰ ਨਾਮ ਤੇ ਯਕੀਨ ਨਹੀਂ ਆਇਆ। ਇਹ ਯਕੀਨ ਵੱਡੇ ਭਾਗਾਂ ਨਾਲ ਆਉਂਦਾ ਹੈ, ਸੰਤਾਂ ਨੂੰ ਆਇਆ ਹੈ। ਇਸ ਕਰਕੇ ਛੱਡ ਕੇ ਰਾਜੀ ਨਹੀਂ। ਤਾਂ ਇੱਕ ਨਾਮ ਨੂੰ ਆਪਣਾ ਆਸਰਾ ਬਣਾ ਲੈ। ਇੱਕੋ ਨਾਮ ਆਧਾਰ। ਇੱਕ ਪਰਮੇਸ਼ਰ ਦੇ ਨਾਮ ਨੂੰ ਆਧਾਰ ਬਣਾ ਲਓ। ਤਾਂ ਮਹਾਰਾਜ ਕਹਿੰਦੇ ਮਨ ਤਨ ਰੱਤਾ ਸੱਚ ਰੰਗ। ਇਹ ਮਨ ਤੇ ਤਨ ਵਾਹਿਗੁਰੂ ਜੀ ਦੇ ਪ੍ਰੇਮ ਦੇ ਵਿੱਚ ਰੰਗਿਆ ਜਾਂਦਾ ਹੈ। ਮਹਾਤਮਾ ਬੜਾ ਸੋਹਣਾ ਜਵਾਬ ਦਿੰਦੇ ਨੇ ਕਈ ਵਾਰੀ। ਸਤ ਸੰਗਤ ਦੇ ਵਿੱਚੋਂ ਬੜੀਆਂ ਸੁੰਦਰ ਵਿਚਾਰਾਂ ਜਿਹੜੀਆਂ ਨੇ ਪ੍ਰਾਪਤ ਹੁੰਦੀਆਂ ਨੇ, ਜੀਵਨ ਨੂੰ ਉੱਚਾ ਸੁੱਚਾ ਬਣਾਉਂਦੀਆਂ। ਤੁਸੀਂ ਹੈਰਾਨ ਹੋਵੋਗੇ, ਇੱਕ ਮਹਾਤਮਾ ਨੇ ਸਵਾਲ ਕੀਤਾ ਵੀ ਨਾਮ ਜਪਣ ਦੀ ਟੈਨਸ਼ਨ ਰਹਿੰਦੀ ਹੈ? ਨਿਤਨੇਮ ਕਰਨ ਦੀ ਟੈਨਸ਼ਨ ਜੀ ਰਹਿੰਦੀ ਹੈ ਵੀ ਅਜੇ ਹੋਇਆ ਨਹੀਂ, ਕਰਨਾ ਵਾ, ਇਹ ਗੱਲ ਦਿਮਾਗ 'ਚ ਚੱਲਦੀ ਹੈ? ਉਹ ਸੱਜਣ ਕਹਿਣ ਲੱਗਾ ਜੀ ਹਾਂ ਬਿਲਕੁਲ ਰਹਿੰਦੀ ਹੈ। ਤਾਂ ਕਹਿੰਦੇ ਫਿਰ ਤੁਸੀਂ ਇਹਨੂੰ ਟੈਨਸ਼ਨ ਮੰਨਦੇ ਹੋ, ਮਨ ਦਾ ਲੋਡ ਮੰਨਦੇ ਹੋ ਵੀ? ਹਾਂ ਕਹਿੰਦੇ ਜੇ ਦੁਨਿਆਵੀ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਇੱਕ ਹਿਸਾਬ ਦਾ ਇਹ ਵੀ ਤਾਂ ਮਨ ਦਾ ਲੋਡ ਹੀ ਹੈ। ਮਨ ਉੱਤੇ ਬੋਝ ਹੀ ਹੈ, ਸੁਰਤ ਉੱਤੇ ਬੋਝ ਹੀ ਹੈ। ਉਹ ਕਹਿੰਦੇ ਤੁਸੀਂ ਘਬਰਾਓ ਨਾ, ਇਹ ਪਹਿਲਾਂ ਪਹਿਲਾਂ ਇਦਾਂ ਹੀ ਹੁੰਦਾ ਹੈ। ਪਹਿਲਾਂ ਨਾਮ ਨੂੰ ਆਪ ਜਪਣਾ ਪੈਂਦਾ ਹੈ, ਫਿਰ ਇੱਕ ਦਿਨ ਸਮਾਂ ਆਉਂਦਾ ਹੈ ਉਹ ਤੁਹਾਨੂੰ ਜਪੇਗਾ। ਉਹ ਤੁਹਾਨੂੰ ਆਪ ਜਪਾਵੇਗਾ। ਇੱਕੋ ਨਾਮ ਆਧਾਰ ਜਦੋਂ ਆਸਰਾ ਬਣ ਜਾਂਦਾ ਹੈ। ਜਿਵੇਂ ਪ੍ਰਸ਼ਾਦਾ ਛਕਣਾ ਟੈਨਸ਼ਨ ਨਹੀਂ ਹੈ,
मेरी जिंदगी उत्ते खड़ी। हौली हौली इत्थों तक पहुंचना है, आखां जीवा विसरे मर जाऊं, इक्को नाम आधार। नाम नूं इहो जिहा आसरा बना लेना जिंदगी दे विच। पहिलां पहिलां रहत रखनी पैंदी है। एक समा आवेगा रहत सानू रखेगी। पहिलां पहिलां धर्म नाल प्रेम करना पैंदा है। एक समा आ जाता है धर्म तुहानू प्रेम करना शुरू करेगा। इसे तरह पहिलां पहिलां परमात्मा की बंदगी करनी पैंदी, फिर एक दिन समा आउंदा परमात्मा तुहाडी बंदगी करदा है, तुहानू अपने ध्यान च लै आउंदा है। वो कदों आउंदा है जदों आधार बन जाता है। जिवें श्री गुरु नानक देव साहब नूं जे पुछीए, महाराज नाम जपना टेंशन है, मन दा बोझ है, नितनेम करना मन का बोझ है, भी अजे होया नहीं, अजे करना, अजे होया नहीं, अजे करना। महाराज कहते नहीं, पहला पहला हो सकता है। सतगुरु के बचन ने आखां जीवा विसरे मर जाऊं, वो तो मेरी जिंदगी है, ਉਹਦੇ बिना मेरी मौत। तो ये कदों होंदा है जदों नाम नूं आधार बना लेंदे ने महापुरुष। फिर नागा पैंदा ही नहीं, फिर बड़ा सिदक आ जाता है, बड़ा हठ आ जाता है, ताप आ जाता है महात्मा दे विच। आपां जिहड़ा काम शुरू करते वो 10 दिन करते, 15 दिन करते हैं, हद 20-21 दिन करके बस। महात्मा जिहड़ा काम शुरू करता है, जे अवल तां शुरू करना नहीं, जे कर लिया है तो छेती छड्डना नहीं। इन्ना फर्क होंदा। इत्थों पता लगता भी मन नूं जित्तिया। असीं 1 दिन करते, 2 दिन करते, 4 दिन करते हैं, फिर कोई ना कोई बहाना। मन तो अगे बेईमान है, बहाने भालदा ही रहिंदा है। नाल आपां रल जाने, आत्मा रल जाती नाल, भी ठीक है। तां जिहड़े इहनूं आधार बना लैंदे ने, फिर उन्हां दा नाम वो अपने आप चलदा ते अपने आप ही वो नाम जपाउण लग पैंदा। सुखमनी साहिब च महाराज ने ये गल बड़ी स्पष्ट लिखी, आप जपाए जपै सो नाम, आप गवाए सो हर गुण गावे। ਤਾਂ ਸਤਿਗੁਰੂ ਜੀ ਕਹਿੰਦੇ ਨੇ, ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ। ਇਹ ਮਨ ਤਨ ਕਿੱਦਾਂ ਰੰਗਿਆ ਜਾਂਦਾ ਵਾਹਿਗੁਰੂ ਜੀ ਦੇ ਪ੍ਰੇਮ ਦੇ ਵਿੱਚ? ਤਾਂ ਗਰੀਬ ਨਵਾਜ਼ ਕਹਿੰਦੇ ਹਨ, ਜਦੋਂ ਇੱਕ ਪਰਮੇਸ਼ਰ ਦੇ ਨਾਮ ਨੂੰ ਆਸਰਾ ਬਣਾ ਲੈਂਦੇ ਹਨ। ਵੇਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ। ਐਸੇ ਜਿਹੜੇ ਗੁਰਸਿੱਖ ਨੇ, महापुरुष ने, उन्हां दी निगाह दे विच जिहड़ा संसार दे रंग तमाशे ने, जिन्हां बारे भाई साहब जी भी लिखते ने भी अखीं वेख ना रचियां बहु रंग तमाशे, उस्तत निंदा कन सुन रोवण ते हासे। ਤਾਂ ਸੰਸਾਰ ਦੇ ਜਿਹੜੇ ਰੰਗ ਤਮਾਸ਼ੇ ਨੇ, ਉਹਨਾਂ ਵਾਸਤੇ ਫਿਰ ਮਿਥਿਆ ਹੋ ਜਾਂਦੇ। ਦੁਨੀਆ ਦੇ ਰੰਗ ਤਮਾਸ਼ਿਆਂ ਦਾ ਉਹਨਾਂ ਦੇ ਮਨ ਉੱਪਰ ਅਸਰ ਨਹੀਂ ਪੈਂਦਾ। ਪਰਮ ਪੂਜਨੀਕ ਮਹਾਪੁਰਸ਼ ਸ਼੍ਰੀਮਾਨ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਰੇ ਵਾਲੇ ਦੀਵਾਲੀ ਦੀ ਰਾਤ भाई गुरदास साहब जी लिखते, दीवे बालीअन। बड़ा सुंदर दृश्य बनता है ते सुंदरता मन ते असर पाउंदी है। ये 2 तरह की होंदी है, एक मन नूं शांत करती है ते एक मन नूं उत्तेजित करती है, अग लाउंदी है। सुंदरता भी 2 तरह की मनी गई है। ਤੁਸੀਂ ਦੇਖੋਗੇ ਵੀ ਜਿਹੜੇ ਵੱਡੇ ਵੱਡੇ ਧਰਮ ਦੇ ਸਥਾਨ ਨੇ,
कोई पहाड़ां 'च बनिया बर्फां पैंदियां ने हेमकुंड साहब, वो सुंदरता का प्रतीक है पर मन नूं शांत करता है। इसे तरह बड़े बड़े शहर ने, जुए खाने ने, क्लब बने ने, बड़े सोहने ने, बड़ियां सोहणियां बिल्डिंगां बनाईयां, करोड़ां अरबां रुपया खर्चे, पर मन नूं उत्तेजित करते। धार्मिक सुंदरता मन नूं शांत करती है, सहज विच लैके जाती। दीवा है वेसवा दे कोठे दे बले मन नूं उत्तेजित करता है, धार्मिक जगह ते बले मन नूं शांत करता है। तां सुंदरता भी कई तरह की मनी गई। तां जिन्ने धार्मिक स्थान ने उन्हां दी सफाई, उन्हां दी सुंदरता, उन्हां दा सोहना रंग, सफाइयां वो भी मन ते असर पाउंदियां ने, ते नाल नाल जिहड़ा कथा कीर्तन लगातार नाम बंदगी वो तो बिल्कुल ही फिर मन नूं शुद्ध ते साफ ते शांत करदियां। फर्क है संसार की सुंदरता का ते धर्म की सुंदरता। इत्थे महाराज किहदी गल करदे है? श्रीमान चूड़ामणि कवि भाई संतोख सिंह जी ने सुंदरता लिखी महाराज ने। श्री गुरु नानक देव साहब दे धुप दे विच बह के मझां चारदे, पसीना आया, घड़ी आराम करने वास्ते लम्बे पै गए, सप आउंदा वा उन्हां दे चेहरे ते छां करदा। उस चेहरे उत्ते ना पसीने दियां मुड़के दियां दो क बूंदां ने गल्लां उत्ते। छोटी जी उम्र गुरु नानक देव साहब दी, बड़े सोहणे। ते भाई संतोख सिंह कहंदा लोकां नूं पसीना दिखदा होऊगा, मैनूं तां सुच्चे मोती दिखदे, हीरे दिखदे। सतगुरु दी जिहड़ी सुंदरता है मन नूं शांत करदी। श्रीमान भाई संतोख सिंह जी कहंदे बीरी पीरी दे मालक धन गुरु हरगोबिंद साहब तुसीं चंद हो, चंद्रमा। पर फर्क ये है कि जिहड़ा बाहरला चंद्रमा वो वाधा घटदा वा, तुहाडे च घाटे वाधे नहीं है। ये करा सकदा, तुहानूं कोई फर्क नहीं पैंदा, सुख दुख नाल घाटे वाधे नहीं हुंदे तुहाडे। बाहरला चंद्रमा काला वा, कलंक, पर तुसीं निकलंक हो। बाहरला चंद्रमा मन नूं उत्तेजित करदा वा माड़े पासे, पर तुहाडा चंद्रमा रूपी मुख मन नूं बिल्कुल शांत करदा। इस करके रंग तमाशे बाहरले भी ने, सुंदरता बाहरली भी है, सुंदरता धर्म दी भी है। बड़ा फर्क है दोवां दा, जमीन असमान दा फर्क है। तां महाराज कहंदे ने कि जिहड़ा महात्मा महापुरुष है ओदी निगाह विच बाहरले रंग तमाशे नाम दे रस अगे कुछ भी नहीं आ। मिथ्या वा, कूड़ आ, झूठे है, सवाह वा, शार आ, कुछ भी नहीं। संतां नूं बेनती कीती कि महाराज अपनी कुटिया विचों बाहर आओ, देखो किड्डी सोहनी दीवियां दी सुंदरता है। दिवाली दी रात दीवे जगदे पे, रोशनी दा बड़ा मन ते असर पैंदा है। किसे दी निगाह घट ऐनक ना लैंदी होवे,
ਘਿਓ ਦਾ ਦੀਵਾ ਜਗਾ ਕੇ 15 ਮਿੰਟ ਰੋਜ਼ ਉਹਦੇ ਵੱਲ ਵੇਖੇ, ਅੱਧਾ ਘੰਟਾ ਰੋਜ਼ ਕੋਈ ਬੱਚਾ ਦੇਖੇ, ਨਿਗਾਹ ਨਾ ਪੂਰੀ ਹੁੰਦੀ ਹੋਵੇ, ਐਨਕ ਨਾ ਲੈਂਦੀ ਹੋਵੇ, ਜਪਜੀ ਸਾਹਿਬ ਦਾ ਪਾਠ ਨਾਲ ਕਰਦਾ ਰਵੇ, ਐਨਕ ਲੈ ਜਾਂਦੀ। ਰੌਸ਼ਨੀ 'ਚ ਬੜੀ ਬਰਕਤ ਮੰਨੀ ਗਈ। ਹੋਇਆ ਕਿ ਸੰਤ ਕਹਿਣ ਲੱਗੇ, ਭਾਈ ਪ੍ਰੇਮੀਓ, ਮੈਨੂੰ ਤੇ 10 ਸਾਲ ਕੇ ਵੱਧ ਸਮਾਂ ਲਿਖਿਆ ਹੋਵੇਗਾ, ਹੋ ਗਏ ਨੇ, ਮੈਂ ਤਾਂ ਕੁਟੀਆ ਜਿਹੜੀ ਵਿੱਚ ਰੱਬ ਦਾ ਨਾਂ ਲੈਣਾ, ਛੱਤ ਵੱਲ ਵੀ ਨਹੀਂ ਕਦੀ ਵੇਖਿਆ। ਇਹ ਕੀ ਆ? ਪਰਮ ਵਿਰਾਗ ਦੀ ਅਵਸਥਾ। ਨਾਮ ਤੋਂ ਬਿਨਾਂ ਕੁਝ ਚੰਗਾ ਨਹੀਂ ਲੱਗਦਾ। ਤਾਂ ਐਸੇ ਮਹਾਤਮਾ ਦੀ ਅਵਸਥਾ ਕੀ ਹੈ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਵੇਖਿਆ ਰੰਗ ਕੁੜਾਵਿਆ ਦਿਸਨ ਸਭੇ ਛਾਰ। ਮਾਇਆ ਦੇ ਜਿੰਨੇ ਰੰਗ ਤਮਾਸ਼ੇ ਨੇ, ਇਹ ਸਭ ਛਾਰ ਨੇ ਉਹਨਾਂ ਦੀ ਨਿਗਾਹ 'ਚ। ਕੁੜਾਵਿਆ ਝੂਠੇ ਨੇ, ਛਾਰ ਸਵਾ ਰੂਪ ਨੇ, ਜਿਹਦੇ ਵਿੱਚੋਂ ਨਿਕਲਦਾ ਕੁਝ ਨਹੀਂ, ਪ੍ਰਾਪਤ ਕੁਝ ਨਹੀਂ ਹੁੰਦਾ ਹੈ। ਮਨ ਦਾ ਇੱਕ ਭਰਮ ਬਣਿਆ ਰਹਿੰਦਾ ਹੈ। ਅੱਜ ਜਿੱਥੇ ਸੰਗਰਾਂਦ ਦਾ ਦਿਹਾੜਾ ਹੈ, ਉੱਥੇ ਇੱਕ ਮਹਾਨ ਸ਼ਹੀਦ ਨੂੰ ਵੀ ਆਪਾਂ ਯਾਦ ਕਰ ਰਹੇ ਹਾਂ। ਸਿੱਖ ਧਰਮ ਦੇ ਵਿੱਚ ਇੱਕੋ ਇੱਕ ਏਦਾਂ ਦਾ ਸ਼ਹੀਦ ਜਿਨ੍ਹਾਂ ਦੀ ਮਿਸਾਲ ਦੇਣੀ ਪੈਂਦੀ ਆ ਜਦੋਂ ਕੇਸਾਂ ਦੀ ਆਪਾਂ ਗੱਲ ਕਰਦੇ। ਉਹ ਕੌਣ ਨੇ? ਭਾਈ ਤਾਰੂ ਸਿੰਘ ਜੀ। ਕਿੰਨਾ ਪ੍ਰੇਮ ਹੋਊਗਾ ਕੇਸਾਂ ਨਾਲ। ਮਾਤਾ ਦਾ ਨਾਮ ਬੀਬੀ ਧਰਮ ਕੌਰ, ਭੈਣ ਦਾ ਨਾਮ ਬੀਬੀ ਤਾਰ ਕੌਰ, ਤੇ ਪੁੱਤਰ ਦਾ ਨਾਮ ਰੱਖਿਆ ਭਾਈ ਤਾਰੂ ਸਿੰਘ। 3 ਜਾਣੇ ਨੇ, ਪਰ ਤਿੰਨਾਂ ਦੀ ਸਤ ਸੰਗਤ ਸਵੇਰੇ ਹੁੰਦੀ ਹੈ, ਸ਼ਾਮ ਹੁੰਦੀ ਹੈ, ਰਾਤ ਹੁੰਦੀ ਹੈ। ਆਪਣੇ ਘਰਾਂ 'ਚ ਕਿੰਨੇ ਮੈਂਬਰ ਨੇ, ਪਰ ਕਦੀ ਸਤਸੰਗ ਕਰਕੇ ਵੇਖਿਆ ਕਿਸੇ ਨੇ? ਇਕੱਠੇ ਬਹਿ ਕੇ ਕਦੀ ਰੱਬ ਦੀ ਗੱਲ ਕਰਕੇ ਵੇਖੀ ਕਿਸੇ? ਤਿੰਨੇ ਸਵੇਰੇ ਜੁੜਦੇ ਨੇ, ਤਿੰਨੇ ਸ਼ਾਮ ਜੁੜਦੇ ਨੇ, ਤਿੰਨੇ ਰਾਤ ਜੁੜਦੇ ਨੇ। ਤੇ ਜਿੱਥੇ ਸਤ ਸੰਗਤ ਹੋਣ ਲੱਗ ਪਏ, ਉੱਥੇ ਰੰਗ ਤੇ ਚੜ੍ਹਨਾ ਹੀ ਆ। ਫਿਰ ਇੱਕ ਦਿਨ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਮਾਤਾ ਮੈਨੂੰ ਏਦਾਂ ਜਾਪਦਾ ਮੇਰੇ ਕੇਸਾਂ ਦੇ ਵਿੱਚ ਵੀ ਨਾਮ ਚੱਲਦਾ ਹੈ, ਮੇਰੇ ਰੋਮਾਂ ਦੇ ਵਿੱਚ ਵੀ ਨਾਮ ਚੱਲਦਾ ਹੈ। ਮੈਨੂੰ ਏਦਾਂ ਜਾਪਦਾ ਮੇਰੇ ਕੇਸ ਵੀ ਕੀਰਤਨ ਕਰਦੇ, ਬਾਣੀ ਪੜ੍ਹਦੇ। ਮਾਤਾ ਬੜੀ ਸਿਆਣੀ ਸੀ। ਸ਼੍ਰੀਮਾਨ ਭਾਈ ਤਾਰੂ ਸਿੰਘ ਜੀ ਦੇ ਮਾਤਾ ਜੀ ਕਹਿਣ ਲੱਗੇ ਕਿ ਪੁੱਤਰ ਜੀ, ਸਿੱਖ ਦੀ ਮੰਜ਼ਲ ਮੁੱਕਦੀ ਆ 100 ਦਰ ਤੇ ਜਾ ਕੇ। ਤਗੜਾ ਹੋ ਕੇ ਅਰਦਾਸਾਂ ਕਰੀ ਜਾ, 100 ਦਰ ਤੱਕ ਪਹੁੰਚ ਜਾ। ਘਰ 'ਚ ਸਤ ਸੰਗਤ ਹੋਣੀ, ਸਵਾਲ ਹੋਣੇ ਵੀ ਅਸੀਂ ਕੇਸਾਂ 'ਚ ਕੰਗਾ ਕਰਕੇ ਕੇਸ ਸਾਂਭਦੇ ਕਿਉਂ ਆ, ਸੁੱਟਦੇ ਕਿਉਂ ਨੇ? ਫਿਰ ਇਕੱਠੇ ਕਰਕੇ ਇੱਕ ਦਿਨ ਸੰਸਕਾਰ ਕਿਉਂ ਕਰਦੇ ਆ? ਘਰ 'ਚ ਇਹਨਾਂ ਗੱਲਾਂ ਤੇ ਵਿਚਾਰ ਹੋਣੀ। ਕੇਸ ਕਤਲ ਨੂੰ ਬੰਦੇ ਕਤਲ ਕਰਨ ਜਿੰਨਾ ਕਿਉਂ ਮੰਨਿਆ ਜਾਂਦਾ? ਕਿੱਥੇ ਇੱਕ ਬੰਦਾ, ਕਿੱਥੇ ਇੱਕ ਕੇਸ। ਸਿੱਖ ਧਰਮ 'ਚ ਕੇਸ ਕਤਲ ਤੇ ਬੰਦਾ ਕਤਲ ਇਹ ਕਿਉਂ ਮੰਨਿਆ ਜਾਂਦਾ ਹੈ? ਬਰਾਬਰ ਕਿਉਂ ਮੰਨੇ ਜਾਂਦੇ? ਬੜੀ ਸੋਹਣੀ ਵਿਚਾਰ ਚੱਲਣੀ। 3 ਜਾਣੇ ਸੀ ਘਰ 'ਚ, ਸਿਰਫ ਇੱਕ ਮਾਂ, ਇੱਕ ਆਪ ਤੇ ਇੱਕ ਭੈਣ। ਤੇ ਮਾਤਾ ਨੇ ਕੀ ਜਵਾਬ ਦੇਣਾ? ਤਾਰੂ ਸਿੰਘ, ਇਹ ਕੇਸ ਸ਼ੀਸ਼ਾ ਵਾ,
ਇਹਦੇ ਤੋਂ ਬਿਨਾਂ 10ਵੇਂ ਪਾਤਸ਼ਾਹ ਦਾ ਚਿਹਰਾ ਨਹੀਂ ਕਿਸੇ ਨੂੰ ਦਿਖਦਾ। ਇਹਦੇ ਤੋਂ ਬਿਨਾਂ 10ਵੇਂ ਪਾਤਸ਼ਾਹ ਦੇ ਦਰਸ਼ਨ ਨਹੀਂ ਕਿਸੇ ਨੂੰ ਹੁੰਦੇ। ਕੇਸ ਜਵਾਨੀ ਦੀ ਸੁੰਦਰਤਾ ਵਾ, ਤੇ ਨਾਲ ਇਹ ਵੀ ਯਾਦ ਰੱਖੀ ਕੇਸ ਹੀ ਪੂਰਨ ਬੁਢਾਪੇ ਦੀ ਨਿਸ਼ਾਨੀ। ਚਿੱਟਾ ਦਾੜਾ, ਦੁੱਧ ਵਰਗੇ ਕੇਸ ਬਜ਼ੁਰਗੀ ਦੀ ਨਿਸ਼ਾਨੀ। ਇਹੋ ਜਿਹੀਆਂ ਵਿਚਾਰਾਂ ਹੁੰਦੀਆਂ ਰਹਿਣਗੀਆਂ। ਉਮਰ ਬੜੀ ਛੋਟੀ ਸੀ ਜਵਾਨੀ ਦੀ। ਇੱਥੇ ਗੱਲ ਚੱਲੀ ਨਾ ਸੁੰਦਰਤਾ ਦੀ, ਤੇ ਜਵਾਨੀਆਂ ਇਹ ਸੁੰਦਰਤਾ ਬਹੁਤਾ ਚਿਰ ਮਹਾਰਾਜ ਕਹਿੰਦੇ ਰਹਿੰਦੀਆਂ ਨਹੀਂ। ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨਾ ਹੋਲਾ ਦਿਲ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੂਲਾ। 10ਵੇਂ ਪਾਤਸ਼ਾਹ ਨੇ 10ਮ ਗ੍ਰੰਥ ਦੇ ਵਿੱਚ ਚਰਿਤਰਾਂ ਦੇ ਵਿੱਚ ਬੜੇ ਸੋਹਣੀਆਂ ਪੰਕਤੀਆਂ ਲਿਖੀਆਂ। ਜੇ ਕਿਸੇ ਨੇ ਸਹੀ ਅਰਥ ਲੈਣੇ ਹੋਣ ਤਾਂ ਸਿੱਖਿਆ ਲੈ ਸਕਦਾ ਸ੍ਰੀ 10ਮ ਗ੍ਰੰਥ ਦੇ ਵਿੱਚ। ਮਹਾਰਾਜ ਕੀ ਕਹਿੰਦੇ, ਇੱਕ ਔਰਤ ਇੱਕ ਸਾਧ ਨੂੰ ਕੁੱਟਦੀ ਆ, ਪਰ ਸਰੀਰ ਦੀ ਬੜੀ ਸੋਹਣੀ ਸਿੱਖਿਆ ਵੀ ਇਹ ਸਰੀਰ ਨਿਸਫਲ ਚਲੇ ਜਾਣਾ ਹੀ ਬੰਦਗੀ ਤੋਂ ਬਿਨਾਂ। ਕਿੱਡੇ ਸੋਹਣੇ ਬਚਨ ਆਉਂਦੇ, ਆਸ ਤਨ ਸੁੰਦਰ ਧੂਰ ਨਾ ਲਾਵੋ। ਏਡਾ ਸੋਹਣਾ ਸਰੀਰ ਮਿੱਟੀ 'ਚ ਰੋਲਦਾ ਪਿਆ। ਜੋਬਨ ਜਾਲ ਕਹਾਂ ਗਵਾਵਾ। ਏਡੀ ਸੋਹਣੀ ਜਵਾਨੀ ਬਿਨਾਂ ਨਾਮ ਜਪਣ ਤੋਂ ਗਵਾਉਂਦਾ ਪਿਆ। ਬਿਰਧਾ ਪਨੋ ਆਏ ਜਬ ਜੈ ਹੈ, ਇਸ ਜੋਬਨ ਕਹਿ ਪਛਤੈ ਹੈ। ਜਦੋਂ ਬੁੱਢਾ ਹੋ ਗਿਆ ਨਾ, ਜਵਾਨੀ ਨੂੰ ਪਛਤਾਇਆ ਕਰੇਗਾ ਰੋ ਕੇ ਵੀ ਆਹ ਕੰਮ ਕਰ ਲੈਂਦਾ, ਆਹ ਕੰਮ ਕਰ ਲੈਂਦਾ, ਆਹ ਕੰਮ ਕਰ ਲੈਂਦਾ। ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਲਿਖਿਆ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ। ਹੁਣ 10ਮ 'ਚ ਮਹਾਰਾਜ ਕੀ ਲਿਖਦੇ, ਆਸ ਤਨ ਸੁੰਦਰ ਧੂਰ ਨਾ ਲਾਵੋ। ਏਡੇ ਸੋਹਣੇ ਸਰੀਰ ਨੂੰ ਗਵਾ ਰਿਹਾ। ਸਤਿਗੁਰੂ ਕੀ ਕਹਿੰਦੇ ਨੇ, ਬੀਤ ਜੈ ਹੈ, ਬੀਤ ਜੈ ਹੈ ਜਨਮ ਆਕਾਜ ਰੇ, ਨਿਸ ਦਿਨ ਤੂੰ ਸੁਣ ਕੇ ਪ੍ਰਾਨ ਸਮਝਤ ਨਹਿ ਰੇ ਅਜਾਨ, ਕਾਲ ਤੋਂ ਪਹੁੰਚੇ ਹੋਣ ਕਹਾ ਜੈ ਭਾਗ। ਰਾਤ ਦਿਨ ਸੁਣੀ ਵੀ ਕਥਾ, ਪੁਰਾਣਾ ਦੀ ਕਥਾ ਸੁਣੀ, ਵੇਦ ਪੜ੍ਹੇ, ਸ਼ਾਸਤਰ ਪੜ੍ਹੇ, ਕਿਤਾਬਾਂ ਪੜ੍ਹੀਆਂ, ਪਰ ਅਸਰ ਤਾਂ ਨਾ ਹੋਇਆ ਵੀ ਬੰਦਗੀ ਕਰਨੀ ਚਾਹੀਦੀ ਰੱਬ ਦੀ। ਉਮਰ ਬੀਤਦੀ ਜਾ ਰਹੀ, ਜਵਾਨੀ ਦੀ ਉਮਰ। ਪਰ ਸਿੱਖ ਦੀ ਸੁੰਦਰਤਾ, ਫਿਰ ਬੇਨਤੀ ਕਰਾਂ, ਸਿੱਖ ਦੀ ਸੁੰਦਰਤਾ ਤੇ ਮਨਮੁਖ ਦੀ ਸੁੰਦਰਤਾ 'ਚ ਫਰਕ ਹੈ। ਏਡੇ ਸੋਹਣੇ ਜਵਾਨ, ਏਡਾ ਸੋਹਣਾ ਰੂਪ, ਪਰ ਮਾਂ ਨੇ ਲਾ ਦਿੱਤਾ ਬੰਦਗੀ ਵਾਲੇ ਪਾਸੇ। ਤੇ ਇੱਕ ਦਿਨ ਮਾਂ ਨੂੰ ਕਹਿਣ ਲੱਗੇ, ਮੈਨੂੰ ਏਦਾਂ ਜਾਪਦਾ ਮੇਰੇ ਕੇਸਾਂ ਵਿੱਚ ਵੀ ਨਾਮ ਚੱਲਦਾ, ਮੇਰੇ ਕੇਸ ਵੀ ਬਾਣੀ ਪੜ੍ਹਦੇ ਆ, ਕੀਰਤਨ ਕਰਦੇ। ਤੇ ਮਾਤਾ ਕਿੱਡੀ ਸਿਆਣੀ ਹੋਊਗੀ, ਕਹਿੰਦੀ ਸੋਦਰ ਤੇ ਜਾ ਕੇ ਖਲੋ, ਪਹਿਲਾਂ ਨਾ ਖਲੋ ਜੀ। ਸੋਦਰ ਤੱਕ ਪਹੁੰਚ, ਹਰ ਸਿੱਖ ਦੀ ਮੰਜ਼ਿਲ ਉਹੀ ਆ ਬਸ। ਪਤਾ ਲੱਗਾ ਅਮਰ ਸ਼ਹੀਦ ਧੰਨ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਸ਼ਹੀਦ ਹੋ ਗਏ ਨਾ, ਫਿਰ ਮੁਗਲ ਰਾਜ ਨੇ ਉਹ ਜ਼ੁਲਮ ਕੀਤਾ ਸਿੱਖਾਂ ਤੇ, ਰਹਿ ਰੱਬ ਦਾ ਨਾ। ਜਿੰਨਾ ਕੋ ਲਿਖ ਗਏ ਨੇ ਉਹਨਾਂ ਪਤਾ, ਤੇ ਜਿੰਨਾ ਲਿਖਿਆ ਗਿਆ ਜੇ ਉਹ ਵੀ ਸੁਣਾਉਣ ਲੱਗੇ ਤੇ ਬੋਲ ਵੀ ਕੰਬਣਗੇ, ਲਿਖਣ ਲੱਗੇ ਤੇ ਕਲਮਾਂ ਵੀ ਕੰਬਣਗੀਆਂ। ਤੇ ਲਿਖਦੇ ਲਿਖਦੇ ਇੰਨੇ ਭਾਵਕ ਹੋ ਜਾਣਗੇ ਕਿ ਜਿਹੜਾ ਹੋਰ ਧਰਮ ਦਾ ਬੰਦਾ ਹੋਊਗਾ ਉਹ ਵੀ ਸਿੱਖ ਬਣ ਜਾਵੇ। ਇੱਕ ਅੰਗਰੇਜ਼ ਬੀਬੀ ਸਿੱਖਾਂ ਦਾ ਇਤਿਹਾਸ ਲਿਖਣ ਲੱਗੀ, ਲਿਖਦੀ ਲਿਖਦੀ ਆਪਦੇ ਨਾਮ ਨਾਲ ਕੌਰ ਲਾਉਣ ਲੱਗ ਪਈ। ਮਕਾਲਬ ਸਾਹਿਬ ਗੁਰਬਾਣੀ ਦੀ ਟਰਾਂਸਲੇਸ਼ਨ ਕਰਨ ਲੱਗੇ
ਕਰਦੇ ਕਰਦੇ ਜਪਜੀ ਸਾਹਿਬ ਜ਼ਬਾਨੀ ਚੇਤੇ ਕਰ ਲਿਆ ਤੇ ਕਹਿ ਦਿੱਤਾ ਮੈਂ ਸਿੱਖ ਹਾਂ। ਸਿਰ ਤੇ ਪੱਗ ਬੰਨਣੀ ਸ਼ੁਰੂ ਕਰ ਦਿੱਤੀ। ਅੰਗਰੇਜ਼ ਮਕਾਲਬ ਸਾਹਿਬ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਤਰਜਮਾ ਕੀਤਾ ਹੈ, ਸਰੀਰ ਛੱਡਣ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਸੰਤਾਂ ਵਾਲੀ ਮੌਤ ਲਈ ਬਾਣੀ ਪੜ੍ਹ ਕੇ ਸਰੀਰ ਛੱਡਿਆ। ਐਸਾ ਜ਼ੁਲਮ ਸ਼ੁਰੂ ਹੋਇਆ, ਸਿਰਾਂ ਦੇ ਮੁੱਲ ਪੈਣੇ ਸ਼ੁਰੂ ਹੋ ਗਏ। ਜ਼ਕਰੀਆ ਖਾਨ ਸੂਬੇਦਾਰ ਸੀ, ਉਹਨੇ ਉਹ ਜ਼ੁਲਮ ਕੀਤਾ ਹੈ ਜਿਹੜਾ ਅੱਜ ਵੀ ਇਤਿਹਾਸ ਵਿੱਚ ਦਰਜ ਹੈ ਤੇ ਸਾਡੀ ਸਿੱਖ ਕੌਮ ਦਾ ਮਾਣ ਮੱਤਾ ਇਤਿਹਾਸ ਹੈ, ਜਿਹਨੂੰ ਪੜ੍ਹ ਕੇ ਹਰ ਸਿੱਖ ਫਖਰ ਮਹਿਸੂਸ ਕਰ ਸਕਦਾ ਹੈ। ਢਹਿੰਦੀ ਕਲਾ ਦੇ ਵਿੱਚੋਂ ਚੜ੍ਹਦੀ ਕਲਾ ਚ ਆ ਸਕਦਾ ਜੇ ਇਤਿਹਾਸ ਆਪਣਾ ਪੜ੍ਹਨਾ ਸ਼ੁਰੂ ਕਰ ਦੇ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਉਹਨਾਂ ਦਾ ਸਿੱਖੀ ਦਰਸ਼ਨ ਬੜਾ ਵਿਲੱਖਣ ਸੀ। ਉਹ ਸਿੱਖੀ ਮਾਰਗ ਨੂੰ ਪਤਾ ਕੀ ਮੰਨਦੇ ਸੀ? ਉਹ ਕਹਿੰਦੇ ਸੀ ਵੀ ਜਿਹੜੇ ਘਰ ਦੇ ਵਿੱਚੋਂ ਸਿੱਖ ਭੁੱਖਾ ਚੱਲ ਜੇ ਨਾ, ਉਹ ਘਰ ਘਰ ਨਹੀਂ, ਉਹ ਮੜੀਆਂ ਵਾ। ਨੰਬਰ 2, ਉਹਨਾਂ ਦਾ ਅਸੂਲ ਸੀ ਆਪ ਭਾਵੇਂ ਮੁੱਠ ਛੋਲਿਆਂ ਦੀ ਖਾਣੀ, ਆਪ ਭਾਵੇਂ ਪਾਟੇ ਕੱਪੜੇ ਪਾਉਣੇ, ਮਾਂ ਨੇ ਵੀ ਭੈਣ ਨੇ ਵੀ ਤੇ ਆਪ ਵੀ, ਤੇ ਵਾਹੀ ਕਰਕੇ ਟੈਕਸ ਦੇ ਕੇ ਜਿੰਨੇ ਪੈਸੇ ਬਚਣੇ ਉਹ ਸਿੰਘਾਂ ਨੂੰ ਭੇਜਣੇ ਜਿਹੜੇ ਜੰਗਲਾਂ ਵਿੱਚ ਰਹਿੰਦੇ ਸੀ। ਆਪ ਪਾਟੇ ਕੱਪੜੇ ਤੇ ਇੱਥੋਂ ਤੱਕ ਇੱਕ ਮੁੱਠ ਛੋਲਿਆਂ ਦੀ ਵੀ ਖਾਂਦੇ ਰਹੇ ਤੇ ਬੰਦਗੀ ਕਰਦੇ ਰਹਿਣਾ, ਜਪਜੀ ਸਾਹਿਬ ਦਾ ਅਭਿਆਸ ਕਰਦੇ ਰਹਿਣਾ। ਕਮਾਲ ਦਾ ਸਿਦਕ ਆ। ਸਿੱਖ ਕਹਿ ਲੋ ਜਾਂ ਸਿਦਕ ਕਹਿ ਲੋ, ਇੱਕ ਗੱਲ ਹੀ। ਇਹੋ ਜਿਹੇ ਮਾੜੇ ਹਾਲਾਤ ਆ ਗਏ ਬਾਬਾ ਜੀ ਤੋਂ ਬਾਅਦ, ਬਾਬਾ ਬੰਦਾ ਸਿੰਘ ਬਹਾਦਰ ਤੇ ਮਰਵਾਤਾ ਆਪਣਿਆਂ ਨੇ, ਨਾਲ ਦੇ ਧੋਖਾ ਕਰਕੇ ਛੱਡ ਕੇ ਭੱਜ ਗਏ। ਸਮਾਂ ਇੰਨਾ ਮਾੜਾ ਆ ਗਿਆ ਖਾਲਸੇ ਦਾ ਕਿ ਜੰਗਲਾਂ ਵਿੱਚ ਘਰ ਵੀ ਛੱਡ ਕੇ ਜੰਗਲਾਂ 'ਚ ਰਹਿਣਾ ਸ਼ੁਰੂ ਕਰਤਾ। ਅਸਮਾਨ ਛੱਤ ਬਣ ਗਈ, ਧਰਤੀ ਜੋੜੇ ਬਣ ਗਏ, ਨਾ ਪੈਰਾਂ 'ਚ ਜੋੜੇ, ਕੱਪੜੇ ਪਾਟੇ, ਨਾ ਖਾਣ ਨੂੰ ਨਾ ਪੀਣ ਨੂੰ। ਪਰ ਕਮਾਲ ਦੀ ਗੱਲ ਸੀ, ਕਿਹੜੀ ਚੀਜ਼ ਨੇ ਜਿਉਂਦੇ ਰੱਖੇ? ਸਿਦਕ। ਸਿਦਕ ਹੀ ਛੱਤ ਬਣ ਗਿਆ, ਸਿਦਕ ਹੀ ਪ੍ਰਸ਼ਾਦਾ ਬਣ ਗਿਆ, ਸਿਦਕ ਹੀ ਘਰ ਬਣ ਗਿਆ, ਸਭ ਕੁਝ ਸਿਦਕ ਹੀ ਬਣ ਗਿਆ। ਇਸੇ ਕਰਕੇ ਸਿੱਖੀ ਦਾ ਦੂਜਾ ਨਾਮ ਹੀ ਸਿਦਕ ਹੈ। ਜਿਹੜਾ ਸਿਦਕ ਰੱਖੇਗਾ ਉਹ ਹੀ ਸਿੱਖ ਆ, ਜਿਹੜਾ ਭਰੋਸਾ ਰੱਖੇਗਾ ਉਹ ਹੀ ਸਿੱਖ ਹੈ। ਹੁਣ ਭਾਈ ਤਾਰੂ ਸਿੰਘ ਜੀ ਦੀ ਸੋਚ ਕੀ ਸੀ? ਜੇ ਘਰ ਚੋਂ ਭੁੱਖਾ ਚਲ ਗਿਆ ਤਾਂ ਘਰ ਕੀ ਹੋਇਆ? ਫਿਰ ਇਹ ਤਾਂ ਮੜੀਆਂ ਨੇ। ਜੇ ਸਿੱਖ ਨੂੰ ਕੱਪੜਾ ਨਾ ਪਾਉਣ ਨੂੰ ਦਿੱਤਾ ਤੇ ਤੇਰੇ ਕੱਪੜਿਆਂ ਦਾ ਕੀ ਲਾਭ? ਇਹੋ ਜੀ ਸੋਚ ਦੇ ਧਾਰਨੀ ਜਿਹਨੂੰ ਸਿੱਖੀ ਮਾਰਗ ਕਿਹਾ ਜਾਂਦਾ ਹੈ। ਤੇ ਦਸਾਂ ਨੋਹਾਂ ਦੀ ਕਿਰਤ ਕਰਕੇ, ਵਾਹੀ ਕਰਕੇ ਇੱਥੋਂ ਤੱਕ ਆਪਣੀ ਭੈਣ ਤੇ ਮਾਤਾ ਨੂੰ ਲੋਕਾਂ ਦੇ ਘਰ ਵੀ ਭੇਜ ਦੇਣਾ ਵੀ ਜਾ ਕੇ ਕੰਮ ਕਰੋ, ਜੋ ਮਿਲੇ ਲੈ ਕੇ ਆਓ, ਸਿੰਘਾਂ ਨੂੰ ਭੇਜਣਾ। ਫਿਰ ਇੱਕ ਦਿਨ ਮਨ ਦੇ ਵਿੱਚ ਆਈ, ਮਾਤਾ ਨਾਲ ਸਲਾਹ ਕਰਨ ਲੱਗੇ ਵੀ ਮਾਤਾ, ਸਾਡਾ ਕੀ ਫਾਇਦਾ ਪਿੰਡ 'ਚ ਰਹਿਣ ਦਾ, ਘਰ 'ਚ ਰਹਿਣ ਦਾ, ਜਦੋਂ ਸਾਡੇ ਭਰਾ ਭੁੱਖੇ ਮਰਨ। ਇਹੋ ਜਿਹਾ ਮਾੜਾ ਸਮਾਂ, ਪਿਓ ਕਿਤੇ, ਪੁੱਤ ਕਿਤੇ, ਘਰ ਵਾਲੀ ਕਿਤੇ, ਪਰਿਵਾਰ ਕਿਤੇ, ਘਰ ਕਿਤੇ, ਇਦਾਂ ਸਿੱਖਾਂ ਨੇ ਦਿਨ ਕੱਟੇ ਨੇ ਉਸ ਸਮੇਂ ਦੇ ਵਿੱਚ। ਤਾਂ ਮਾਤਾ ਕਹਿਣ ਲੱਗੀ, ਜੇ ਤੇਰੇ ਮਨ ਦੀ ਭਾਵਨਾ ਵਾ ਤੇ ਜ਼ਰੂਰ। ਸਾਰੇ ਪਿੰਡ ਦੇ ਵਿੱਚੋਂ 3 ਜਾਣੇ ਜਾਗੇ, ਬਾਬਾ ਜੀ, ਬਾਬਾ ਤਾਰੂ ਸਿੰਘ ਜੀ, ਉਹਨਾਂ ਦੇ ਭੈਣ ਜੀ ਤੇ ਮਾਤਾ ਜੀ,
ਤੇ ਲੰਗਰ ਦੀ ਅਰਦਾਸ ਕੀਤੀ, ਸੱਚੇ ਪਾਤਸ਼ਾਹ ਲੰਗਰ ਚਲਾਉਣ ਲੱਗਾ। ਸਮਾਂ ਪਲਟਿਆ, ਜਿੱਥੇ ਖੁਸ਼ਬੂ ਫੈਲਦੀ ਆ ਨਾ ਉੱਥੇ ਦੁਰਗੰਧ ਵੀ ਫੈਲਦੀ ਹੈ। ਜੇ ਖੁਸ਼ਬੂ ਦਾ ਸੁਭਾਅ ਆ ਨਾ ਫੈਲਣਾ, ਤੇ ਦੁਰਗੰਧ ਦਾ ਵੀ। ਐਸਾ ਲੰਗਰ ਚਲਾਇਆ ਕਿ ਨੀਂਦ ਵੀ ਭੁੱਲ ਗਏ। ਸਿੰਘਾਂ ਨੂੰ ਸਮਾਨ ਪਹੁੰਚਾਉਣਾ, ਕੱਪੜੇ ਦੇਣੇ, ਪੈਸੇ ਪਹੁੰਚਾਉਣੇ, ਤੇ ਲੰਗਰ ਚਲਾਉਣਾ, ਤੇ ਆਪ ਮੁੱਠ ਛੋਲਿਆਂ ਦੀ ਖਾ ਕੇ ਵੀ ਆਰਾਮ ਕਰ ਲੈ। ਪੂਰੇ ਪਿੰਡ ਨੂੰ ਹੀ ਰੰਗ ਲੱਗ ਗਿਆ। ਅੱਗੇ ਕਿਸੇ ਦੇ ਘਰ ਮਾਤਾ ਤੇ ਭੈਣ ਜਾਂਦੀਆਂ ਸੀ, ਹੁਣ ਜਦੋਂ ਲੰਗਰ ਚੱਲਣਾ ਸ਼ੁਰੂ ਹੋਇਆ, ਸਾਰੇ ਪਿੰਡ ਦੀਆਂ ਬੀਬੀਆਂ ਲੰਗਰ ਪਕਾਉਣ ਇਹਨਾਂ ਦੇ ਘਰ ਆਉਣ ਲੱਗ ਪਈਆਂ। ਵੇਖੋ ਲੰਗਰ ਦੀ ਬਰਕਤ। ਉਸ ਸਮੇਂ ਇੱਕ ਦਿਨ ਜ਼ਕਰੀਆ ਖਾਨ ਹਰ ਭਗਤ ਨਿਰੰਜਨੀਏ ਨੂੰ ਪੁੱਛਦਾ ਵਾ ਕਿ ਸਿੱਖਾਂ ਦਾ ਮੈਂ ਖੁਰਾ ਖੋਜ ਮਿਟਾ ਦਿੱਤਾ ਹੈ, ਆਪਣੀ ਪੂਰੀ ਵਾਹ ਲਾ ਦਿੱਤੀ ਆ, ਗੁਰਦੁਆਰੇ ਮੈਂ ਮੱਥਾ ਨਹੀਂ ਟੇਕਣ ਦਿੰਦਾ, ਵਾਹੀ ਮੈਂ ਨਹੀਂ ਕਰਨ ਦਿੰਦਾ, ਘਰਾਂ 'ਚ ਮੈਂ ਨਹੀਂ ਰਹਿਣ ਦਿੰਦਾ, ਵੀ ਭੁੱਖੇ ਧਿਆਏ ਆਪੇ ਹੀ ਮਰ ਜਾਣ। ਕਿਉਂ ਸਿੱਖ ਘਰ 'ਚ ਰਾਤ ਨਹੀਂ ਸੀ ਕੱਢ ਸਕਦਾ, ਪੈਲੀਆਂ 'ਚ ਜਾ ਕੇ ਕੱਢਦਾ ਸੀ। ਰਾਤ ਨੂੰ ਸਿੱਖ ਨਿਕਲਦਾ ਸੀ, ਪਰ ਫੇਰ ਵੀ ਕਿਤੇ ਮੈਨੂੰ ਖਬਰ ਆਉਂਦੀ ਰਹਿੰਦੀ ਵੀ ਉੱਥੇ ਸਿੱਖ ਪੈ ਗਏ, ਉੱਥੇ ਸਿੱਖ ਪੈ ਗਏ। ਗੱਲ ਕੀ ਹੈ? ਇਹਦਾ ਨਾਂ ਤੇ ਸੀ ਹਰ ਭਗਤ ਨਿਰੰਜਣੀਆਂ, ਪਰ ਇਹ ਭਗਤ ਨਹੀਂ ਸੀ ਹਰੀ ਦਾ। ਇਹ ਸਿਰੇ ਦਾ ਚਾਪਲੂਸ ਬੰਦਾ ਸੀ, ਪਾਪੀ ਬੰਦਾ ਸੀ। ਹੈ ਤਾਂ ਸੀ ਇਹ ਮੰਤ ਜੰਡਿਆਲੇ ਦਾ, ਪਰ ਇਹ ਮੰਤ ਨਹੀਂ ਸੀ, ਸਾਰੇ ਪਿੰਡ ਦੀ ਜੂੜ ਸੀ, ਜਿਹਨੂੰ ਹਰ ਭਗਤ ਨਿਰੰਜਨੀਆਂ ਕਹਿੰਦੇ ਨੇ। ਇਹਨੇ ਆਪਣੇ ਨਵਾਬ ਦੇ ਕੰਨਾਂ ਵਿੱਚ ਫੂਕ ਮਾਰੀ, ਕਹਿੰਦਾ ਸੱਪ ਦੀ ਲੀਕ ਨੂੰ ਕੁੱਟਣ ਦਾ ਕੀ ਫਾਇਦਾ ਜਦੋਂ ਸੱਪ ਹੀ ਲੰਘ ਗਿਆ। ਤੁਸੀਂ ਆ ਸੱਪ ਦੀਆਂ ਲੀਕਾਂ ਕੁੱਟਣ ਵਾਲੇ, ਪਰ ਜਿੰਨਾ ਚਿਰ ਸੱਪ ਨਾ ਮਰਿਆ ਕੋਈ ਫਾਇਦਾ ਨਹੀਂ। ਉਹ ਕਹਿੰਦਾ ਕੀ ਗੱਲ? ਅੱਗਿਓਂ ਜ਼ਕਰੀਆ ਕਿਹੜਾ ਘੱਟ ਸੀ, ਉਹ ਕਹਿੰਦਾ ਸੱਪ ਤੇ ਧਰਤੀ 'ਚ ਚਲੇ ਜਾਂਦਾ, ਮੈਂ ਕੀ ਕਰਾਂ, ਕਿੱਥੇ ਕਿੱਥੇ ਲੱਭਦਾ ਫਿਰ। ਉਹ ਕਹਿੰਦਾ ਟਾਹਣੀਆਂ ਛਾਂਗਣ ਨਾਲ ਕੁਝ ਨਹੀਂ ਹੋਣਾ ਜਿੰਨਾ ਚਿਰ ਇਹਨਾਂ ਦੀਆਂ ਜੜ੍ਹਾਂ ਨਹੀਂ ਪੁੱਟਦਾ। ਕਹਿੰਦਾ ਕਿਵੇਂ? ਕਹਿੰਦਾ ਤੁਸੀਂ ਜੋ ਮਰਜ਼ੀ ਕਰੋ, ਲੋਕਾਂ ਦੇ ਮਨ ਦੇ ਵਿੱਚ ਹਮਦਰਦੀ ਆ ਸਿੱਖਾਂ ਪ੍ਰਤੀ। ਸਿੱਖਾਂ ਦੀ ਲੜਾਈ ਜ਼ੁਲਮ ਦੇ ਵਿਰੁੱਧ ਹੈ, ਲਕਾਈ ਉਹਨਾਂ ਨਾਲ ਆ, ਲੋਕ ਉਹਨਾਂ ਨਾਲ ਆ, ਇਸ ਕਰਕੇ ਇਹ ਖਤਮ ਨਹੀਂ ਹੋਣੇ। ਉਦਾਹਰਣ ਦੇ ਤੌਰ ਤੇ ਕਹਿੰਦਾ ਮਾਝੇ ਦੇ ਵਿੱਚ ਪੂਲੇ ਪਿੰਡ ਦਾ ਰਹਿਣ ਵਾਲਾ ਤਾਰੂ ਸਿੰਘ ਘਰ 'ਚ ਰਹਿੰਦਾ ਵਾ, ਵਾਹੀ ਕਰਦਾ ਵਾ, ਪਰ ਸਾਰਾ ਕੁਝ ਬਚਾ ਕੇ ਸਿੱਖਾਂ ਨੂੰ ਭੇਜਦਾ। ਸਿੰਘਾਂ ਨੂੰ ਜੰਗਲ 'ਚ ਭੇਜ ਦਿੰਦਾ, ਤੇ ਵੇਖਣ ਨੂੰ ਬਹੁਤ ਭਗਤ ਲੱਗਦਾ, ਸਾਧ ਲੱਗਦਾ। ਦੁਨੀਆ ਉਹਨੂੰ ਕਬੀਰ ਕਹਿੰਦੀ ਆ, ਧੰਨਾ ਕਹਿੰਦੀ ਆ, ਦੁਨੀਆ ਉਹਨੂੰ ਸੰਤ ਕਹਿੰਦੀ ਆ, ਉਸ ਇਲਾਕੇ 'ਚ ਉਹ ਸੰਤ ਮੰਨਿਆ ਜਾਂਦਾ। ਪਰ ਬੰਦਾ ਬਹੁਤ ਸਿਰੇ ਦਾ ਛਾਤਰ, ਕਰਦਾ ਕੁਝ ਆ, ਦਿਖਾਉਂਦਾ ਕੁਝ ਆ, ਤੇ ਬੜੇ ਵੱਡੇ ਵੱਡੇ ਧਾੜਵੀ ਉਹਦੇ ਕੋਲੇ ਰਾਤਾਂ ਕੱਟਦੇ ਨੇ। ਜਿਹੜੇ ਬਾਗੀ ਨੇ ਸਰਕਾਰ ਦੇ ਸਿੰਘ, ਜਿਹੜੇ ਖਾੜਕੂ ਨੇ, ਉਹਦੇ ਕੋਲੇ ਰਾਤਾਂ ਕੱਟਦੇ ਨੇ। ਬਸ ਕੰਨ ਭਰਨ ਦੀ ਦੇਰ, ਜ਼ਕਰੀਏ ਖਾਨ ਨੂੰ ਚੜ੍ਹਦਾ ਗੁੱਸਾ ਤੇ ਮੋਮਨ ਖਾਨ ਨੂੰ ਆਰਡਰ ਦਿੰਦਾ ਵੀ ਬੰਨ ਕੇ ਲਿਆ। ਮੋਮਨ ਖਾਨ ਅਫਸਰ ਲੈ ਕੇ ਪਹੁੰਚਦਾ ਹੈ ਭਾਈ ਤਾਰੂ ਸਿੰਘ ਜੀ ਦੇ ਘਰੇ। ਇਤਿਹਾਸ ਤੇ ਬੜਾ ਲੰਮਾ, ਬੇਨਤੀ ਸੰਖੇਪ ਵਿੱਚ ਬੇਨਤੀ ਕਰਾਂ। ਭਾਈ ਸਾਹਿਬ ਦੇ ਘਰੇ ਜਾਂਦਾ ਹੈ, ਭਾਈ ਸਾਹਿਬ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਮਾਤਾ ਜੀ ਭੈਣ ਜੀ ਵੀ ਗ੍ਰਿਫਤਾਰ ਕੀਤੇ ਜਾਂਦੇ, ਪਰ ਪਿੰਡ ਵਾਲੇ ਤਗੜੇ ਹੋ ਕੇ ਛਡਾਉਂਦੇ। ਇੱਥੋਂ ਤੱਕ ਪਿੰਡ ਵਾਲੇ ਸਲਾਹ ਕਰਦੇ ਨੇ ਪੈਸੇ ਦੇਣ ਦੀ, ਪਰ ਜ਼ਕਰੀਆ ਖਾਨ ਨਹੀਂ ਮੰਨਦਾ।
पिंड वाले सलाह करते ने इकट्ठे हो के भी बंदे थोड़े ने हमला कर दिए, पर वो मनता नहीं। हुंदा की है, भाई तारू सिंह जी सारियां नूं मना करके आप चले जाते ने, गिरफ्तार हो। जकरीए खान नाल सवाल जवाब होंदे ने जी कुछ। भाई साहब कहते ने असी सरकारी ते दरबारी दोवें हुक्म मनदे, टैक्स दिंदे आ, चोरी नहीं करते, डाका नहीं मारते, ते सानू काहदे वास्ते भाई गिरफ्तार किया है। वो अग्यों कहंदा तू चोरी नहीं करता, डाका नहीं मारता, पर तू बागियां नूं ते शह दिना, बागियां नूं ते पनाह दिना ना, बागियां नूं ते पालदा ना। जिहड़ा जवाब दिता ना भाई तारू सिंह जी ने, याद रखियो, वो कहन लगे मेरे गुरु का हुक्म आ, भुखा वेखना वा, धर्म नहीं वेखना, मजहब नहीं वेखना। हिंदू आके मुसलमान तू भुखा वेखना वा, जात नहीं वेखनी, पात नहीं वेखनी, तू भुखा वेख के लंगर देना। नंबर 2, मेरे गुरु का हुक्म आ, तू प्यासा वेखना वा, हाथ नहीं वेखने किहड़ी कौम दे। मेरी अल्लों मुसलमान आवे, हिंदू आवे, सिख आवे, मैं सब नूं लंगर दी सेवा करदा। गुरु दा लंगर आ, मेरा नहीं भी जिहड़ा वितकरा करा। इहो जे कई सवाल जवाब होंदे आ जी। अखीर जकरिया जिहड़ा ऐन गुस्से दे विच भरिया होया सी ना, जिन्नू हर भगत नरंजनीए ने बहुत ज्यादा चुक्या सी, वो कहंदा बहुतियां गल्लां दी मैनू लोड़ नहीं, मैनू मतां देण दी लोड़ नहीं, जां ते इस्लाम कबूल कर ला ते जां फिर मरन वास्ते तैयार हो जा। संखेप दे विच बेनती करां, समा काफ़ी हो चलिया है। होया कि कुछ इतिहासकार कहते ने कि भाई साहब दे उत्ते ये फतवा लाया कि इहदे केस कट्टे जाण। कुछ कहते ने कि पहला काफ़ी दिन उन्हां नूं टॉर्चर किया गया। हुण जदों केस कट्टण दा हुक्म लाया तां भाई तारू सिंह जी ने उस समय श्री जपजी साहब जी का पाठ आरंभ किया, पवित्र बाणी का जाप आरंभ किया। कैंची जिहड़ी सी वो केसां नूं कतल ना कर सकी। पहला भी बेनती की सी कि धर्म रखो, एक दिन समा आवेगा धर्म तुहानू रखेगा। पहला भी बेनती की सी कि नाम जपीए महाराज जपाउण, एक दिन समा आवेगा नाम अपने आप साडा नागा नहीं पैण देवेगा, नामी परमेश्वर नाम जपावेगा। गुरु नाल प्रेम करिए, एक दिन समा आवेगा कि गुरु साडे नाल प्रेम करेगा। जदों कैंची केस ना कट सकी तां जकरीए खान ने फिर हुक्म दिता कि खोपड़ी उतार दी जाए। तां श्रीमान भाई तारू सिंह जी जपजी साहब का पाठ करते ने ते खोपड़ी लैनी शुरू हुई है। उन्हां कह दिता भी केस असी कटाउणे नहीं, तेरी कैंची कट नहीं सकी। सड़े वाले जकरीए खान ने आख्या मैं केसां सिणे खोपड़ी पुट दूंगा, खोपड़ी ला दांगा। उधर जपजी साहब का जाप, इधर खोपड़ी लै रही है। सिंह साहब भाई तारू सिंह जी ने जाप पूरा किया, खोपड़ी लै गई।
ਭਾਈ ਸਾਹਿਬ ਨੂੰ ਤੜਫਾਉਣ ਵਾਸਤੇ ਵੀ ਇਹ ਤੜਫ ਤੜਫ ਕੇ ਮਰੇ, ਤੜਫ ਤੜਫ ਕੇ ਮਰੇ, ਉਸੇ ਤਰ੍ਹਾਂ ਵਾਪਸ ਜੇਲ੍ਹ 'ਚ ਭੇਜ ਦਿੱਤਾ ਗਿਆ। ਇਤਿਹਾਸ ਗਵਾਹ ਹੈ 22 ਦਿਨ ਭਾਈ ਸਾਹਿਬ ਰਹੇ ਨੇ, ਪਰ ਗੁਰਬਾਣੀ ਕਹਿੰਦੀ ਹੈ ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ। ਇੱਧਰ ਭਾਈ ਸਾਹਿਬ ਦੀ ਖੋਪੜੀ ਲੈਂਦੀ ਹੈ ਤੇ ਉਧਰ ਉਹਨੂੰ ਬੰਨ ਪੈ ਜਾਂਦਾ ਹੈ। ਹੁਣ ਇਹਦੇ ਵਾਸਤੇ ਭਾਈ ਤਾਰੂ ਸਿੰਘ ਇੱਕ ਆਮ ਜਿਹਾ ਸਿੱਖ ਸੀ, ਉਹਨਾਂ ਦੀ ਸਾਦਗੀ ਵੇਖ ਕੇ ਆਮ ਜਿਹਾ ਸਿੱਖ ਸਮਝਿਆ ਇਹਨੇ, ਪਰ ਇਹ ਨਹੀਂ ਸੀ ਪਤਾ ਵੀ ਏਡੀ ਕਮਾਈ ਵਾਲੇ ਮਹਾਂਪੁਰਸ਼ ਨੇ, ਸੰਤ ਨੇ। ਉਮਰ ਸਾਰੀ 24 ਕੇ 25 ਸਾਲ ਦੀ ਜਵਾਨੀ ਭਾਈ ਤਾਰੂ ਸਿੰਘ ਜੀ। ਖਾਲਸੇ ਨੂੰ ਬੇਨਤੀ ਭੇਜੀ, ਵਜ਼ੀਰਾਂ ਨਾਲ ਸਲਾਹ ਕੀਤੀ ਵੀ ਮੇਰੇ ਤੋਂ ਗਲਤੀ ਹੋ ਗਈ ਹੈ, ਮੇਰੇ ਤੋਂ ਪਾਪ ਬਹੁਤ ਹੋਇਆ, ਮੈਂ ਤੁਹਾਡੇ ਘਰ ਘਾਟ ਉਜਾੜ ਦਿੱਤੇ, ਪਰ ਮੈਂ ਬਹੁਤ ਦੁਖੀ ਹਾਂ। ਜਦੋਂ ਬੰਦਾ ਦੁਖੀ ਹੋਵੇ ਨਾ, ਰੱਬ ਚੇਤੇ ਆਉਂਦਾ ਹੈ। ਹੁਣ ਖਾਲਸਾ ਕਿੱਡਾ ਬੇਮੁਤਾਜ ਹੈ। ਖਾਲਸੇ ਨੇ ਕੀ ਅੱਗੇ ਹੁਕਮ ਕੀਤਾ? ਕਹਿੰਦੇ ਤੂੰ ਭਾਈ ਤਾਰੂ ਸਿੰਘ ਨੂੰ ਆਖਿਆ ਸੀ ਮੇਰੇ ਅੱਗੇ ਸਿਰ ਝੁਕਾ, ਤੇ ਭਾਈ ਤਾਰੂ ਸਿੰਘ ਨੇ ਆਖਿਆ ਸੀ ਇਹ ਕਲਗੀਧਰ ਦੀ ਦਸਤਾਰ ਹੈ, ਇਹ ਕਿਸੇ ਅੱਗੇ ਝੁਕਦੀ ਨਹੀਂ। ਤੇ ਤੂੰ ਆਖਿਆ ਸੀ ਮੈਂ ਮਾਰ ਮਾਰ ਛਿੱਤਰ ਤੇਰਾ ਸਿਰ ਢਾਰਾਂਗਾ। ਤੂੰ ਕੀ ਸਮਝਦਾ ਆਪਣੇ ਆਪ ਨੂੰ? ਉਹ ਵਚਨ ਚੇਤੇ ਕਰਕੇ ਖਾਲਸੇ ਨੇ ਕੀ ਸਜ਼ਾ ਲਾਈ? ਕਹਿੰਦੇ ਹੁਣ ਭਾਈ ਤਾਰੂ ਸਿੰਘ ਦੀ ਜੁੱਤੀ ਮੰਗਾ ਲਾ ਤੇ ਰੋਜ਼ ਸਿਰ ਦੇ ਵਿੱਚ ਮਾਰਿਆ ਕਰ, ਨੌਕਰਾਂ ਨੂੰ ਕਹਿ ਮਾਰਿਆ ਕਰਨ। ਧੰਨ ਭਾਈ ਤਾਰੂ ਸਿੰਘ ਜਿਨ੍ਹਾਂ ਨੇ ਵਚਨ ਕੀਤਾ ਵੀ ਮੈਂ ਤੈਨੂੰ ਅੱਗੇ ਲਾ ਕੇ ਫੇਰ ਸੱਚਖੰਡ ਜਾਊਂਗਾ। 22 ਦਿਨ ਬਿਨਾਂ ਖੋਪੜੀ ਤੋਂ ਜਿਉਂਦੇ ਰਹਿਣਾ, ਇਹਨੂੰ ਸਾਇੰਸ ਨਹੀਂ ਮੰਨਦੀ, ਕਿਉਂ ਸਾਇੰਸ ਕਹਿੰਦੀ ਮਗਜ ਨੂੰ 5 ਸਕਿੰਟ ਹਵਾ ਪੈ ਜੇ ਬੰਦੇ ਦੀ ਮੌਤ। ਪਰ ਫੇਰ ਬੇਨਤੀ ਕਰਾਂ, ਧਰਮ ਨੂੰ ਪਾਲੋ, ਇੱਕ ਦਿਨ ਧਰਮ ਸਾਨੂੰ ਪਾਲੇਗਾ। ਰਹਿਤ ਨੂੰ ਰੱਖੀਏ, ਇੱਕ ਦਿਨ ਰਹਿਤ ਸਾਨੂੰ ਰੱਖੇਗੀ। ਤਾਂ ਹੋਇਆ ਕਿ ਛਿੱਤਰ ਖਾਂਦਾ, ਜਿੰਨੇ ਛਿੱਤਰ ਵੱਜਦੇ ਫੇਰ ਕਿਤੇ ਢਿੱਡ ਦੀ ਪੀੜ ਹਟਦੀ ਤੇ ਕੁਝ ਸ਼ਰਲਾ ਆਉਂਦਾ। ਛਿੱਤਰ ਖਾਂਦਾ ਹੋਇਆ ਭਾਈ ਤਾਰੂ ਸਿੰਘ ਦੇ ਅਖੀਰ ਮਰ ਗਿਆ। ਤੇ ਧੰਨ ਭਾਈ ਤਾਰੂ ਸਿੰਘ ਜੀ ਜਿਹੜੇ ਸੱਚਖੰਡ ਪਿਆਨਾ ਕਰ ਗਏ, ਅੱਜ ਉਹਨਾਂ ਦਾ ਦਿਹਾੜਾ ਸੰਗਤਾਂ ਮਨਾ ਰਹੀਆਂ ਨੇ। ਸਿੱਖਿਆ ਕੀ ਆ ਕਿ ਖੋਪੜੀ ਲਹਾਉਣੀ ਮਨਜ਼ੂਰ ਆ, ਸਿੱਖ ਕੈਂਚੀ ਨਹੀਂ ਲੱਗਣ ਦਿੰਦਾ। ਗੱਲ ਇੰਨੀ ਹੈ, ਨਿਚੋੜ ਇੰਨਾ ਹੈ। ਅੱਡ ਅੱਡ ਇਤਿਹਾਸਕਾਰ ਨੇ ਅੱਡ ਅੱਡ ਇਤਿਹਾਸ ਲਿਖਦੇ ਨੇ, ਪਰ ਨਿਚੋੜ ਸਾਰਿਆਂ ਦਾ ਸਾਂਝਾ ਹੈ ਕਿ ਸਿੱਖ ਕੇਸ ਨਹੀਂ ਕਟਾਉਂਦਾ, ਖੋਪੜੀ ਲਹਾਉਣੀ ਸਿੱਖ ਨੂੰ ਮਨਜ਼ੂਰ ਹੈ। ਏਡੀ ਵੱਡੀ ਗਵਾਹੀ। ਹੁਣ ਉਮਰ ਕਿਹੜੀ ਆ ਜਵਾਨੀ ਦੀ? ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਇਹ ਜਵਾਨੀ ਮਿੱਟੀ 'ਚ ਨਾ ਰੋਲ, ਨਾਮ ਜਪ। ਆਸ ਤਨ ਸੁੰਦਰ ਧੂਰ ਨਾ ਲਾਵੋ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵੀ ਇਹ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗਰਸੀ ਨਹੀਂ ਕਾਇਆ, ਜਬ ਲਗ ਬਿਗਲ ਭਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰੰਗ ਪਾਣੀ। ਤਾਂ ਸਤਿਗੁਰੂ ਕਹਿੰਦੇ ਜਿਹੜੇ ਗੁਰੂ ਕੇ ਸਿੱਖ ਨੇ ਉਹ ਬਾਹਰਲੀ ਸੁੰਦਰਤਾ, ਬਾਹਰਲੀ ਜ਼ਿੰਦਗੀ, ਬਾਹਰਲੇ ਰੰਗ ਤਮਾਸ਼ੇ ਤੇ ਨਹੀਂ ਡੁੱਲਦੇ। ਜ਼ਕਰੀਏ ਨੇ ਕਿਹਾ ਸੀ ਨਾ ਉਮਰ ਕੀ ਆ ਤੇਰੀ, ਮਰਨ ਲੱਗਾ। ਤੇ ਭਾਈ ਤਾਰੂ ਸਿੰਘ ਜੀ ਨੇ ਕੀ ਆਖਿਆ ਸੀ? ਕਾਜੀ ਨੂੰ ਕਹਿੰਦੇ ਮੈਨੂੰ ਇੱਕ ਗੱਲ ਦੱਸ ਕਿ ਤੂੰ ਕਹਿੰਦਾ ਮੁਸਲਮਾਨ ਬਣ ਜਾ, ਤੇ ਮੁਸਲਮਾਨ ਬਣਿਆ ਬੰਦਾ ਮਰਦਾ ਨਹੀਂ, ਫਿਰ ਬਹੁਤ ਨਹੀਂ ਆਉਂਦੀ। ਫਿਰ ਕਾਜੀ ਚੁੱਪ ਹੋ ਗਿਆ। ਤਾਂ ਬਾਹਰਲੀ ਜ਼ਿੰਦਗੀ ਪ੍ਰਵਾਨ ਨਹੀਂ ਕੀਤੀ, ਧਰਮ ਨੂੰ ਨਿਭਾ ਦਿੱਤਾ। ਇਹ ਅਵਸਥਾ ਕਿਹਨਾਂ ਦੀ ਆ? ਜਿਨ੍ਹਾਂ ਦੇ ਮਾਰੇ ਕਹਿੰਦੇ ਇੱਕੋ ਨਾਮ ਅਦਾ।
ਤਾਂ ਉਹਨਾਂ ਵਾਸਤੇ ਫਿਰ ਸੰਸਾਰ ਦੇ ਰੰਗ ਤਮਾਸ਼ੇ ਛਾਰ ਨੇ, ਕੂੜੇ ਨੇ ਸੰਸਾਰ ਦੇ ਸਾਰੇ ਹੀ ਵਿਸ਼ੇ ਵਿਕਾਰ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਨ ਹਾਰ। ਅੰਮ੍ਰਿਤ ਰੂਪ ਪਰਮੇਸ਼ਰ ਜੀ ਦਾ ਨਾਮ ਹੈ, ਜਿਹੜਾ ਮੋਇਆਂ ਹੋਇਆਂ ਨੂੰ, ਮੁਰਦੇ ਦਿਲਾਂ ਨੂੰ ਜਿਉਂਦਾ ਕਰਦਾ ਹੈ। ਪਰ ਇਹ ਪੀਤਾ ਕਿੱਥੋਂ ਜਾਂਦਾ ਹੈ? ਨਾਮ ਦੀ ਦਾਤ ਮਿਲਦੀ ਕਿੱਥੋਂ ਹੈ? ਸਾਧੂਆਂ ਦੇ ਸੰਗ ਵਿੱਚ। ਅੰਮ੍ਰਿਤ ਰੂਪ ਜਿਹੜੀ ਬੂੰਦ ਹੈ ਵਾਹਿਗੁਰੂ ਜੀ ਦੇ ਨਾਮ ਦੀ, ਸਤਿਗੁਰੂ ਰੂਪ ਬੱਦਲ ਸਾਧੂ ਸੰਗ ਸਤ ਸੰਗ ਦੇ ਵਿੱਚ ਪਿਆਉਂਦੇ ਹਨ, ਇੱਥੋਂ ਪੀਤੀ ਜਾਂਦੀ ਹੈ। ਵਣ ਤਿਨ ਪ੍ਰਭ ਸੰਗ ਮੋਲਿਆ, ਸਮਰੱਥ ਪੁਰਖ ਅਪਾਰ। ਉਹ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਸੱਤਾ ਹੈ, ਤਾਕਤ ਹੈ, ਉਹਦੇ ਨਾਲ ਹੀ ਸਾਰਾ ਸੰਸਾਰ ਖੜਾ ਹੈ। ਵਣ, ਤ੍ਰਿਣ, ਘਾਹ, ਤੀਲਾ ਇੱਕ, ਇਹਦੇ ਵਿੱਚ ਵੀ ਉਹਦੀ ਸੱਤਾ ਹੈ। ਵਣ, ਤ੍ਰਿਣ, ਪਰਬਤ ਹੈ ਪਾਰ ਬ੍ਰਹਮ, ਸਾਰੇ ਸੰਸਾਰ ਦੇ ਵਿੱਚ ਉਹਦੀ ਸੱਤਾ ਹੈ। ਉਸ ਵਾਹਿਗੁਰੂ ਦੀ ਸੱਤਾ ਕਰਕੇ ਇਹ ਬਨਸਪਤੀ ਮੌਲਦੀ ਹੈ, ਖਿੜਦੀ ਹੈ, ਜੀਵਨ ਦੇ ਵਿੱਚ ਰਹਿੰਦੀ ਹੈ। ਜਿਹੜਾ ਵਾਹਿਗੁਰੂ ਸਮਰੱਥ ਜੋ ਚਾਹਵੇ ਕਰ ਸਕਦਾ ਹੈ, ਪੁਰਖ ਪੂਰਾ ਹੈ, ਅਪਾਰ, ਜਿਸ ਪਰਮੇਸ਼ਰ ਦਾ ਕੋਈ ਅੰਤ ਨਹੀਂ ਪਾ ਸਕਦਾ। ਆਦ ਮਦ ਅੰਤ, ਸ੍ਰੀ ਵਾਹਿਗੁਰੂ ਬੇਅੰਤ। ਕੌਣ ਕਹਿੰਦੇ ਹੁੰਦੇ ਸੀ? ਮਹਾਂਪੁਰਖ ਸ਼੍ਰੀਮਾਨ ਸੰਤ ਰਾਮ ਸਿੰਘ ਜੀ। ਉਹਨਾਂ ਨੇ 2 ਲਾਈਨਾਂ ਬੜੀਆਂ ਸੋਹਣੀਆਂ ਲਿਖੀਆਂ, ਆਦ ਮਦ ਅੰਤ ਸ੍ਰੀ ਵਾਹਿਗੁਰੂ ਬੇਅੰਤ। ਜਿਹਦਾ ਕਿਸੇ ਤਰ੍ਹਾਂ ਵੀ ਅੰਤ ਨਹੀਂ ਪਾਇਆ ਜਾ ਸਕਦਾ, ਉਹਦੀ ਸੱਤਾ ਕਰਕੇ ਹੀ ਸੰਸਾਰ ਖੜਾ ਹੈ, ਉਹਦੀ ਸੱਤਾ ਕਰਕੇ ਹੀ ਬਨਸਪਤੀ ਮੌਲਦੀ ਹੈ, ਉਹਦੀ ਸੱਤਾ ਕਰਕੇ ਹੀ ਸਾਡੇ ਸਰੀਰ ਚੱਲਦੇ ਨੇ, ਤੁਰਦੇ ਨੇ, ਫਿਰਦੇ ਨੇ, ਬੋਲਦੇ ਨੇ। ਜਦੋਂ ਜੀਵ ਆਤਮਾ ਪਾਸੇ ਹੋ ਜਾਂਦੀ ਤੇ ਫਿਰ ਆਪਾਂ ਇਹ ਪੜ੍ਹਦੇ ਆਂ ਵੀ ਬਾਬਾ ਬੋਲਤੇ ਥੇ ਕਹਾਂ ਗਏ, ਦੇਹੀ ਕੇ ਸੰਗ ਰਹਤੇ, ਸੁਰਤੇ ਮਾਹੇ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਤੇ। ਉਹਦੀ ਸੱਤਾ ਤੋਂ ਬਿਨਾ ਕੁਝ ਨਹੀਂ ਹੁੰਦਾ ਸੰਸਾਰ ਵਿੱਚ। ਹਰ ਮਿਲਣਾ ਨੋ ਮਨ ਲੋਚਦਾ, ਕਰਮ ਮਿਲਾਵਣ ਹਾਰ। ਐਸੇ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਵਾਸਤੇ ਮਨ ਚਾਹੁੰਦਾ ਰਹਿੰਦਾ ਹੈ, ਲੋਚਦਾ ਰਹਿੰਦਾ ਹੈ, ਸੋਚਦਾ ਰਹਿੰਦਾ ਹੈ, ਤੜਫਦਾ ਰਹਿੰਦਾ ਹੈ। ਪਰ ਕਰਮ ਮੈਨੇ ਕਿਰਪਾ, ਵਾਹਿਗੁਰੂ ਦੀ ਕਿਰਪਾ ਹੀ ਉਹਨੂੰ ਮਿਲਾਉਂਦੀ ਹੈ। ਇੱਕ ਸਿੱਧਾ ਜਿਹਾ ਗੁਰਮੁਖ ਪਿਆਰਾ ਸਿੰਘ ਦਾਸ ਨੂੰ ਕਹਿੰਦਾ ਕਥਾ ਸਿੱਖਣੀ, ਤੇ ਬਹੁਤਾ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਹੋਣਾ। ਭੋਲਾ ਭਾਲਾ ਬੰਦਾ ਕਹਿੰਦਾ ਸਿੱਖਣੀ ਕੱਲੇ ਵਾਲੀ ਆ, 2 ਵਾਲੀ ਨਹੀਂ ਸਿੱਖਣੀ, ਪਰ ਲੜਾਈ ਹੁੰਦੀ ਹੈ। ਕੱਲੇ ਵਾਲੀ ਕਥਾ ਸਿੱਖਣੀ ਜਿੱਦਾਂ ਮਸਕੀਨ ਜੀ ਕੱਲੇ ਕਰਦੇ ਹੁੰਦੇ ਸੀ। ਹੁਣ ਉਹਨੂੰ ਪਤਾ ਨਹੀਂ ਭੋਲਾ ਹੋਣਾ ਵੀ ਦੂਜਾ ਦੇ ਪਾਠ ਕਰਾਉਂਦਾ, ਕਹਿੰਦਾ 2 ਵਾਲੀ ਨਹੀਂ ਸਿੱਖਣੀ, ਕੱਲੇ ਵਾਲੀ ਸਿੱਖਣੀ। 2 ਵਾਲਾ ਤੇ ਕੰਮ ਔਖਾ ਜ਼ਿਆਦਾ, ਵੀ 5-10 ਮਿੰਟ ਲਾ ਲਿਆ ਕਰੀਏ ਕੱਲੇ ਬਹਿ ਕੇ। ਦਾਸ ਨੇ ਬੇਨਤੀ ਕੀਤੀ ਵੀ ਮਹਿਤੇ ਚਲ ਜਾ, ਫਿਰ ਗੁਰਮਤਿ ਵਿਦਿਆ ਪੜ੍ਹ ਲਾ। ਚੱਲ ਜੇ ਕਥਾ ਸਿੱਖਣੀ ਪਹਿਲਾਂ ਕੋਈ ਗੱਲ ਤਾਂ ਸੁਣਾ, ਵੀ ਮੈਨੂੰ ਪਤਾ ਲੱਗੇ ਵੀ ਦਿਮਾਗ ਤੇਰਾ ਪਕੜ ਕਰਦਾ ਵਾ, ਗੁਰਬਾਣੀ ਕੰਠ ਕਰਨ ਵਾਲਾ ਹੈ, ਪ੍ਰਮਾਣ ਕੰਠ ਕਰ ਲਊਗਾ, ਕੋਈ ਵਧੀਆ ਬਚਨ ਸੁਣਾ। ਪਤਾ ਕੀ ਕਹਿੰਦਾ? ਕਹਿੰਦਾ ਬੰਦਾ ਜੋ ਚਾਹਵੇ ਕਰ ਸਕਦਾ, ਕਿਉਂ? ਬੰਦੇ 'ਚ ਰੱਬ ਆ। ਮੈਨੇ ਰੱਬ ਜੋ ਚਾਹਵੇ ਕਰ ਸਕਦਾ। ਰੱਬ ਕਿੱਥੇ ਆ? ਬੰਦੇ ਦੇ ਸਰੀਰ ਦੇ ਵਿੱਚ। ਇਹ ਆਪਣੀ ਪੂਰੀ ਮਿਹਨਤ ਨਾਲ ਜੋ ਚਾਹਵੇ ਬਣ ਸਕਦਾ। ਦਾਸ ਨੇ ਆਖਿਆ ਵੀ ਇਹ ਗੱਲ ਤਾਂ ਫਿੱਟ ਨਹੀਂ ਬਹਿੰਦੀ। ਹੁਣ ਕਥਾ 'ਚ ਤੇ ਸਿਖਾਇਆ ਜਾਣਾ ਵੀ ਮਾਲਕ ਦੀ ਕਿਰਪਾ ਨਾਲ ਸਭ ਕੁਝ ਹੁੰਦਾ ਹੈ, ਬੰਦਾ ਕੁਝ ਨਹੀਂ। ਕਹਿੰਦਾ ਨਹੀਂ, ਸੁਣੋ ਤੇ ਸਹੀ, ਬੰਦਾ ਜੋ ਚਾਹਵੇ ਬਣ ਸਕਦਾ। ਡਾਕਟਰ ਬਣ ਸਕਦਾ, ਇੰਜੀਨੀਅਰ ਬਣ ਸਕਦਾ। ਭੋਲਾ ਭਾਲਾ ਸਿੱਖ ਸੀ, ਸਿੱਧਾ ਕਹਿੰਦਾ ਚੋਰ ਵੀ ਬਣ ਸਕਦਾ।
ਡਾਕੂ ਵੀ ਬਣ ਸਕਦਾ, ਮਰਜ਼ੀ ਆਏ ਦੀ ਕਿਹੜੇ ਬੰਨੇ ਨੂੰ ਹੋਣਾ ਇਹਨੇ, ਪਰ ਇੱਕ ਚੀਜ਼ ਨਹੀਂ ਬਣ ਸਕਦਾ। ਦਾਸ ਨੇ ਆਖਿਆ ਰੱਬ ਨਹੀਂ ਬਣ ਸਕਦਾ। ਕਹਿੰਦਾ ਨਹੀਂ ਨਹੀਂ ਨਹੀਂ, ਉਹ ਵੱਖਰੀ ਗੱਲ ਆ ਵੀ ਸਾਰੇ ਰੱਬ ਬਣਨ ਨੂੰ ਫਿਰਦੇ ਪਰ ਬਣਿਆ ਨਹੀਂ ਜਾਣਾ। ਪਰ ਨਹੀਂ, ਰੱਬ ਨਹੀਂ, ਸਾਧ ਨਹੀਂ ਬਣ ਸਕਦਾ। ਸਾਧ ਰੱਬ ਜਿਹਨੂੰ ਬਣਾਵੇਗਾ ਉਹ ਬਣੇਗਾ, ਆਪਣੇ ਆਪ ਕੋਈ ਸਾਧ ਨਹੀਂ ਬਣ ਸਕਦਾ। ਨਾਨਕ ਜਿਸ ਪ੍ਰਭ ਆਪ ਕਰੇ, ਜਿਹਨੂੰ ਆਪ ਕਰੂਗਾ ਆਪ ਬਣਾਵੇਗਾ। ਤਾਂ ਇੱਥੇ ਸੱਚੇ ਪਾਤਸ਼ਾਹ ਕੀ ਕਹਿ ਰਹੇ ਵੀ ਚਾਹੁੰਦਾ ਤੇ ਹੈ ਮੈਨੂੰ ਮਨ, ਪਰ ਮਿਲਾਵੇਗਾ ਕੌਣ? ਜਦੋਂ ਕਿਰਪਾ ਹੋਵੇਗੀ ਗੁਰੂ ਦੀ। ਜਦੋਂ ਉਹ ਮਾਲਕ ਕਿਰਪਾ ਕਰੇਗਾ, ਸਤਿਗੁਰੂ ਕਿਰਪਾ ਕਰੇਗਾ ਤੇ ਫਿਰ ਮਿਲੇਗਾ। ਤੇ ਜਿਹੜੀ ਚੀਜ਼ ਮਿਲ ਜੇ ਕਰਮਾਂ ਨਾਲ ਉਹ ਜਾਂਦੀ ਨਹੀਂ, ਤੇ ਜਿਹੜੀ ਚੀਜ਼ ਸਾਡੀ ਨਹੀਂ ਉਹ ਰਹਿਣੀ ਨਹੀਂ। ਹੁਣ ਬੱਚੇ ਪੜ੍ਹਾਈ ਕਰਦੇ ਆ, ਕੋਈ ਖੋ ਸਕਦਾ? ਇਹਨਾਂ ਤੋਂ ਹੀ ਰਹਿਣੀ ਆ ਸਾਰੀ ਉਮਰ। ਇਸੇ ਤਰ੍ਹਾਂ ਜਿਹੜੀ ਚੀਜ਼ ਕਰਮਾਂ ਕਰਕੇ ਮਿਲੇ ਉਹ ਜਾਂਦੀ ਨਹੀਂ ਹੁੰਦੀ। ਕਰਮ ਮਿਲੇ, ਇੱਥੇ ਕਰਮਾਂ ਦਾ ਮਤਲਬ ਕਿਰਪਾ, ਨਾ ਹੀ ਠਾਕ ਰਹਾਈਆ, ਹੋਰ ਵੀ ਬੜੇ ਅਰਥ ਨੇ। ਤਾਂ ਵਾਹਿਗੁਰੂ ਮਿਲਾਵੇ ਤੇ ਮਿਲ ਸਕਦੇ ਨੇ, ਗੁਰੂ ਕਿਰਪਾ ਕਰੇ ਤਾਂ ਪ੍ਰਾਪਤੀ ਹੋ ਸਕਦੀ ਹੈ। ਜਿਨੀ ਸਖੀਏ ਪ੍ਰਭ ਪਾਇਆ, ਹਉ ਤਿਨ ਕੈ ਸਦ ਬਲਿਹਾਰ। ਜਿਨ੍ਹਾਂ ਸਖੀਆਂ ਮੈਨੇ ਸਹੇਲੀਆਂ ਨੇ, ਗੁਰਸਿੱਖਾਂ ਨੇ, ਸਾਧੂਆਂ ਨੇ, ਸੰਤਾਂ ਰੂਪ ਸਹੇਲੀਆਂ ਨੇ, ਗੁਰਸਿੱਖਾਂ ਨੇ, ਗੁਰੂ ਕੇ ਪਿਆਰਿਆਂ ਨੇ, ਉਸ ਪਤੀ ਸਹੁ ਪਰਮੇਸ਼ਰ ਨੂੰ ਪਾ ਲਿਆ ਹੈ, ਉਹਨਾਂ ਤੋਂ ਵੀ ਬਲਿਹਾਰ ਜਾਂਦੇ ਨੇ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਏ। ਆਪ ਲੀਏ ਲੜ ਲਾਏ, ਦਰ ਦਰ ਵੇਸ ਸੇ, ਤਿਨ ਧੰਨ ਜਣੇ ਦੀ ਮਾਓ। ਅੱਜ ਆਪਾਂ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ। ਇਹ ਉਹ ਸਖੀਆਂ ਨੇ, ਇਹਨਾਂ ਤੋਂ ਆਪਾਂ ਬਲਿਹਾਰ ਜਾ ਰਹੇ ਨਾ। ਸਾਰਾ ਪੰਥ ਹੀ ਅੱਜ ਉਹਨਾਂ ਦੇ ਗੁਣ ਗਾ ਰਿਹਾ ਵੀ ਏਡਾ ਸਿਦਕ, ਇਹ ਕੇਸ ਨਹੀਂ ਕੱਟਣ ਦੇਣੇ, ਖੋਪੜੀ ਲਾਉਣੀ ਤੇ ਲਾ ਦੇ, ਇੰਨਾ ਪ੍ਰੇਮ। ਐਸੇ ਮਹਾਂਪੁਰਸ਼ਾਂ ਤੋਂ ਬਲਿਹਾਰ ਜਾਂਦੇ ਨੇ, ਕੁਰਬਾਨ ਜਾਂਦੇ ਹਨ। ਮਹਾਰਾਜ ਕਹਿੰਦੇ ਹਨ, ਨਾਨਕ ਹਰਿ ਕੀ ਮਇਆ ਕਰ, ਸ਼ਬਦ ਸਵਾਰਨ ਹਾਰ। ਹੇ ਸੱਚੇ ਪਾਤਸ਼ਾਹ, ਜਿਵੇਂ ਤੁਸੀਂ ਐਸੇ ਮਹਾਤਮਾ ਤੇ ਸਖੀਆਂ ਤੇ, ਗੁਰਸਿੱਖ ਰੂਪ ਸਖੀਆਂ ਤੇ ਕਿਰਪਾ ਕੀਤੀ ਹੈ, ਇਸੇ ਤਰ੍ਹਾਂ ਸਾਡੇ ਤੇ ਵੀ ਤਰਸ ਕਰੋ। ਨਾਨਕ ਹਰਿ ਜੀ ਮਇਆ ਕਰ, ਮਇਆ ਕਹਿੰਦੇ ਤਰਸਨ। ਆਪਣੇ ਸ਼ਬਦ ਨਾਲ, ਆਪਣੇ ਉਪਦੇਸ਼ ਨਾਲ ਸਾਡਾ ਜੀਵਨ ਜਿਹੜਾ ਹੈ ਉਹ ਸਵਾਰ ਦੇਣਾ ਕਰੋ। ਸਾਵਨ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰਹਾਰ। ਸਾਵਣ ਦਾ ਮਹੀਨਾ, ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ, ਭਾਈ ਮੀਂਹ ਪਿਆ, ਹਰਿਆਵਲ ਤਾਂ ਬਾਹਰ ਆ ਗਈ ਆ ਪਰ ਮਨ ਚ ਨਹੀਂ ਆਉਂਦੀ। ਮੀਂਹ ਪਿਆ, ਬਾਹਰ ਠੰਡ ਵਰਤ ਗਈ ਆ ਪਰ ਮਨ ਚ ਨਹੀਂ ਪੈਂਦੀ। ਮਨ ਦੇ ਵਿੱਚ ਆਨੰਦ ਕਦੋਂ ਬਣਦਾ ਹੈ? ਜਦੋਂ ਵਾਹਿਗੁਰੂ ਦੇ ਨਾਮ ਨੂੰ ਆਪਣੇ ਗਲ ਦਾ ਹਾਰ ਬਣਾ ਲਈਏ। ਸਾਵਣ ਤਿਨਾ ਸੁਹਾਗਣੀ, ਸਾਵਣ ਦਾ ਮਹੀਨਾ ਉਹਨਾਂ ਮਹਾਤਮਾ ਰੂਪ ਸੁਹਾਗਣੀਆਂ ਵਾਸਤੇ ਜਾਂ ਸੁਹਾਗ ਆਨੰਦ ਵਾਲਾ ਵਾ, ਉਹਨਾਂ ਸਿੱਖਾਂ ਵਾਸਤੇ, ਉਹਨਾਂ ਗੁਰਮੁਖਾਂ ਵਾਸਤੇ ਆਨੰਦਦਾਇਕ ਹੈ, ਸੁਖਦਾਇਕ ਹੈ, ਜਿਨ੍ਹਾਂ ਵਾਹਿਗੁਰੂ ਦੇ ਨਾਮ ਨੂੰ ਗਲ ਦਾ ਹਾਰ ਬਣਾ ਲਿਆ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਕਹਿੰਦੇ, ਰਾਮ ਨਾਮ ਕਰ ਕੱਚੇ ਧਾਗੇ। ਇਹ ਸਵਾਸ ਬੜੇ ਕੱਚੇ ਨੇ, ਇਹ ਕੱਚੇ ਧਾਗਿਆਂ ਵਰਗੇ ਕੱਚੇ, ਕੋਈ ਗਰੰਟੀ ਨਹੀਂ ਬੰਦੇ ਦੇ ਸਾਹਾਂ ਦੀ। ਪਰ ਇਹਦੇ 'ਚ ਵਾਹਿਗੁਰੂ ਦਾ ਨਾਮ ਭਰੋ ਲੈ, ਇਹਨੂੰ ਗਲ ਦਾ ਹਾਰ ਬਣਾ ਲੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਲੇਖਕ ਅਤੇ ਨਾ ਛੁੱਟੀਐ
ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਨਾਨਕ